गुरु वाहे 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 गुरु right. गुरु जी दी साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। गुरमुख प्यारिओ जो आपां नूं गुरबाणी गुरु विच सतगुरां ने उपदेश बख्शिश कीता है, जदों असीं इस लोक विच आउंदे हां इत्थे सारा खेल चलदा विचारां दा फुरनियां दा। हौले विचारां नूं ही भव सागर दा नाम दिता। हौले भव सागर तो असीं किवें पार लंघीए जद तक सानूं तरना नहीं आउंदा। ਹੁਣ ਅਸੀਂ ਜਦੋਂ नहीं तरना जाणदे नहीं असीं इथों निकल सकते फिर इत्थे भगतां ने बेनतियां कीती भी मालक असीं तर नहीं सकते, असीं अजान, सानूं तरना नहीं आउंदा। तू साडा माँ प्यो है, तू किरपा कर सानूं इथों बांह आपदी पकड़ा ते इथों बांह दे के सानूं इथों बाहर कढ। मारे सच्चे पातशाह फरमाउंदे तार ले रामा मोको तार ले, मैं अजान जन तरबे न जानू, बाप बीठला बांह दे। बई असी अजान, असी तरना नहीं जानते, असी आपदे आप ही भव सागर तो पार नहीं हो सकते। बई तू सानू आपदी बांह दे, सानू आपदी बांह पकड़ा, फिर असी इथों निकल सकते। हुण मालक दी बांह की है? वो है फिर नाम, अनहद शब्द। वो शब्द द्वारा फिर सानू इथों बाहर कढ़दे, सानू इथों पार लगाउंदे भव सागर। इसलिए फिर सानू समझाउंदे भी ये जिहड़ा भव जल है, भव सागर, इनू गुरु के शब्द तो बिना तरिया नहीं जाता, नाम तो बिना। फरमाउंदे ने भव जल बिखम सगाहो, गुर शब्दी पार पाही। और इत्थे भी भगत नामदेव जी बेनती करते भी असी अजान, असी तरना नहीं जानते।
ਤੂੰ ਸਾਡਾ ਬਾਪ ਹੈ, ਤੂੰ ਸਾਡਾ ਪਿਓ ਹੈ, ਅਤੇ ਤੂੰ ਕਿਰਪਾ ਕਰ ਸਾਨੂੰ ਆਪਦੀ ਬਾਂਹ ਪਕੜਾ, ਸਾਨੂੰ ਆਪਦਾ ਪੱਲਾ ਫੜਾ, ਤਾਂ ਕਿ ਅਸੀਂ ਤੇਰਾ ਪੱਲਾ ਫੜ ਕੇ ਇਹ ਭਵ ਸਾਗਰ ਤੋਂ, ਸੰਸਾਰ ਸਾਗਰ ਤੋਂ ਬਾਹਰ ਨਿਕਲ ਜੀ। ਹੁਣ ਮਾਲਕ ਦਾ ਪੱਲਾ ਵੀ ਮਾਲਕ ਦੀ ਬਾਂਹ, ਅਤੇ ਉਹ ਫਿਰ ਬਾਂਹ, ਉਹ ਪੱਲਾ ਹੈ ਨਾਮ, ਪਰਮਾਤਮਾ ਦੇ ਮੁਖ ਦੀ ਆਵਾਜ਼। ਹੁਣ ਜਦੋਂ ਅਸੀਂ ਇੱਧਰ ਸਾਧ ਸੰਗਤ ਕਰਦੇ ਹਾਂ, ਗੁਰੂ ਦੀ ਮੱਤ ਲੈਂਦੇ, ਸਾਡਾ ਜਿਹੜਾ ਮਨ ਇਹ ਸੰਸਾਰ ਦੀ ਉਸਤਤ ਤੋਂ, ਨਿੰਦਿਆ ਤੋਂ, ਇਹ ਤੋਂ ਉੱਪਰ ਉੱਠ ਜਾਂਦਾ। ਇਹਨੂੰ ਭੇਦ ਆ ਜਾਂਦਾ ਵੀ ਇੱਧਰ ਸਾਰੇ ਸਾਕ ਜਿਹੜੇ ਉਹ ਕੂਟਦੇ ਨੇ। ਫਿਰ ਇਹ ਸਾਰਾ ਕੁਝ ਛੱਡ ਕੇ ਫਿਰ ਮਾਲਕ ਦੇ ਪੱਲੇ ਨਾਲ ਲੱਗਦਾ, ਫਿਰ ਉਹਦੇ ਪੱਲੇ ਨਾਲ ਜੁੜਦਾ। ਸਤਿਗੁਰੂ ਫਰਮਾਉਂਦੇ, ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵੰਝਾਈ ਛੋੜਿਆ, ਹੱਬ ਕਿਛ ਤਿਆਗੀ। ਸਭੇ ਸਾਕ ਕੜਾਵੇ ਡਿਠੇ, ਤੋ ਪੱਲੇ ਤੈਂਡੇ ਲਾਗੀ। ਵੀ ਜਦੋਂ ਮੈਂ ਇੱਧਰ ਸੰਸਾਰ ਦਾ ਦੇਖ ਲਿਆ ਵੀ ਸਾਰਾ ਕੁਛ ਇੱਧਰ ਤਾਂ ਕੂੜ ਹੈ, ਸਾਰਾ ਕੁਛ ਇੱਧਰ ਝੂਠ, ਫਿਰ ਇਹ ਸੰਸਾਰ ਦੀ ਉਸਤਤ ਨੂੰ ਛੱਡ ਕੇ, ਸੰਸਾਰ ਦੀ ਨਿੰਦਿਆ ਨੂੰ ਛੱਡ ਕੇ, ਇਹਨਾਂ ਨੂੰ ਗਵਾਉਣ ਤੋਂ ਮਗਰੋਂ ਫਿਰ ਮਾਲਕ ਦੇ ਪੱਲੇ ਨਾਲ ਜੁੜਿਆ ਜਾਂਦਾ। ਜੇ ਹੁਣ ਅਸੀਂ ਆਖੀਏ ਵੀ ਅਸੀਂ ਨਿੰਦਾ ਵੀ ਕਰੀ ਚੱਲੀਏ, ਸੰਸਾਰ ਦੀ ਉਸਤਤ ਵੀ ਮਾਇਆ ਦੀ ਕਰੀ ਚੱਲੀਏ, ਅਤੇ ਮਾਲਕ ਦੇ ਨਾਲ ਪੱਲੇ ਨਾਲ ਲੱਗ ਜਾਈਏ, ਫਿਰ ਨਹੀਂ ਲੱਗ ਸਕਦੇ। ਫਿਰ ਉਹਦੇ ਪੱਲੇ ਨਾਲ ਅਸੀਂ ਨਹੀਂ ਜੁੜ ਸਕਦੇ। ਸੋ ਤਾਂ ਕਰਕੇ ਫਿਰ ਸਾਨੂੰ ਸੋਝੀ ਦਿੰਦੇ, ਗਿਆਨ ਦਿੰਦੇ ਵੀ ਇੱਧਰ ਸੰਸਾਰ ਦੇ ਵਿੱਚ ਨਾਮ ਤੋਂ ਬਿਨਾਂ, ਪਰਮਾਤਮਾ ਦੇ ਪੱਲੇ ਤੋਂ ਬਿਨਾਂ, ਉਹਦੀ ਬਾਂਹ ਤੋਂ ਬਿਨਾਂ ਜਿੰਨਾ ਵੀ ਪਸਾਰਾ, ਇਹ ਸਭ ਝੂਠ ਦਾ ਹੈ। ਫਰਮਾਉਂਦੇ ਨੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿੰਨਾ ਵੀ ਪਸਾਰਾ, ਸਭ ਝੂਠ। ਹੁਣ ਜੇ ਸਾਡਾ ਮਨ ਇਹ ਗੱਲ ਮੰਨ ਲਵੇ ਵੀ ਇੱਧਰ ਝੂਠ ਹੈ, ਅਤੇ ਮੈਂ ਸੱਚ ਨਾਲ ਜੁੜਨਾ, ਅਤੇ ਮੈਂ ਸੱਚਾ ਹੋਣਾ। ਹੁਣ ਸੱਚ ਹੈ ਜਿਹੜਾ ਉਹ ਇੱਕੋ ਹੀ ਹੈ, ਪਰਮਾਤਮਾ। ਹੋਰ ਇੱਧਰ ਕੋਈ ਦੂਜਾ ਸੱਚ ਨਹੀਂ ਹੈ। ਸੱਚ ਸਿਰਫ ਇੱਕੋ ਹੀ ਹੈ, ਵਾਹਿਗੁਰੂ, ਮਾਲਕ, ਅਕਾਲ ਪੁਰਖ। ਮਾਰੇ ਤਾਂਹੀਓ ਸਾਡੇ ਮਨ ਨੂੰ ਸਮਝਾਉਂਦੇ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਹੁਣ ਸੰਸਾਰ ਦੇ ਵਿੱਚ ਜੀਵ ਇੱਧਰ ਸੱਚਾ ਲੱਭਦਾ ਵੀ ਮੈਨੂੰ ਸੱਚਾ ਮਿਲੇ, ਸੱਚਾ ਪਿਆਰ ਮਿਲੇ, ਮੈਂ ਸੱਚ ਬੋਲਾਂ, ਮੈਂ ਸੋਚਾ ਹੋ ਜਾ। ਅਤੇ ਮਹਾਰਾਜ ਕਹਿੰਦੇ ਵੀ ਸੱਚ ਤਾਂ ਇੱਕੋ ਹੀ, ਹੋਰ ਤੂੰ ਕਿਹੜਾ ਸੱਚ ਲੱਭਦਾ, ਹੋਰ ਤੂੰ ਦੂਜਾ ਸੱਚ ਨਾ ਭਾਲ। ਸੱਚ ਇੱਕ ਹੀ ਹੈ, ਅਕਾਲ ਪੁਰਖ ਪਰਮਾਤਮਾ। ਹੁਣ ਜਿਹੜੇ ਫਿਰ ਸੱਚ ਦੇ ਨਾਲ ਜੁੜੇ, ਪਰਮਾਤਮਾ ਨਾਲ ਜੁੜੇ, ਉਹਨਾਂ ਦੇ ਜਿਹੜੇ ਮਨ ਸੀ ਉਹ ਸੱਚੇ ਹੋ ਗਏ, ਉਹ ਸੁੱਚੇ ਹੋ ਗਏ। ਤਾਂਹੀਓ ਸਤਿਗੁਰੂ ਸਮਝਾਉਂਦੇ ਵੀ ਸੁੱਚੇ ਸਿਰਫ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਸਿਰਫ ਇਕੱਲਾ ਪਿੰਡੇ ਨੂੰ ਧੋਂਦੇ, ਸਰੀਰ ਨੂੰ ਧੋਂਦੇ। ਸੁੱਚੇ ਉਹ ਮਨ ਨੇ ਜਿਨ੍ਹਾਂ ਦੇ ਅੰਦਰ ਸੱਚ ਵਸ ਗਿਆ, ਪਰਮਾਤਮਾ ਵਸ ਗਿਆ, ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ। ਮਹਾਰਾਜ ਫਰਮਾਉਂਦੇ, ਸੋਚੇ ਨਾ ਆਖੀਆਂ ਬਹਿਣ ਜੇ ਪਿੰਡਾ ਧੋਈ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਈ। ਬਈ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਸੱਚ ਅਕਾਲ ਪੁਰਖ ਵਸਦਾ, ਨਾਮ ਵਸਦਾ, ਉਹ ਸੁੱਚੇ ਨੇ। ਬਾਕੀ ਉਹਨਾਂ ਨੂੰ ਸੁੱਚੇ ਨਹੀਂ ਕਿਹਾ ਜਾਂਦਾ ਜਿਹੜੇ ਸਿਰਫ ਇਕੱਲਾ ਪਿੰਡੇ ਨੂੰ ਧੋਂਦੇ। ਸਰੀਰ ਦੀ ਸੁੱਚਮ ਦੇ ਨਾਲ ਮਨ ਨਹੀਂ ਸੁੱਚਾ ਹੁੰਦਾ। ਹੁਣ ਮਨ ਨੇ ਸੋਚਿਆ ਤਾਂ ਹੋਣਾ ਜੇ ਸੱਚ ਨਾਲ ਜੁੜੇਗਾ, ਜੇ ਮਾਲਕ ਦੇ ਪੱਲੇ ਨਾਲ ਲੱਗੇਗਾ, ਜੇ ਪਰਮਾਤਮਾ ਦੀ ਬਾਂਹ ਫੜੇਗਾ।
ਹੁਣ ਮਾਲਕ ਫਿਰ ਕਿਰਪਾ ਕਰਦੇ ਸਾਡੇ 'ਤੇ, ਜਦੋਂ ਅਸੀਂ ਬੇਨਤੀਆਂ ਕਰਦੇ ਹਾਂ, ਅਰਦਾਸਾਂ ਕਰਦੇ, ਜੋਦੜੀਆਂ ਕਰਦੇ ਵੀ ਸਾਨੂੰ ਤਰਨਾ ਨਹੀਂ ਆਉਂਦਾ, ਅਸੀਂ ਡੁੱਬ ਰਹੇ ਹਾਂ ਭਵ ਸਾਗਰ ਦੇ ਵਿੱਚ। ਅਤੇ ਜਿਵੇਂ ਕੋਈ ਜੀਵ ਸੰਸਾਰ 'ਚ ਪਾਣੀ ਦੇ ਵਿੱਚ ਡੁੱਬ ਰਿਹਾ ਹੋਵੇ, ਹੁਣ ਉਹ ਡੁੱਬਦਾ ਹੋਇਆ ਜੀਵ, ਉਹਨੂੰ ਤਰਨਾ ਨਹੀਂ ਆਉਂਦਾ। ਹੁਣ ਉਹ ਡੁੱਬਣ ਲੱਗਿਆ ਅਤੇ ਉਹ ਕੋਈ ਲੋਕ ਲੱਜਾ ਨਹੀਂ ਮੰਨਦਾ ਵੀ ਮੈਂ ਇਹਨੂੰ ਲੋਕ ਕੀ ਕਹਿਣਗੇ, ਵੀ ਜੇ ਮੈਂ ਆਵਾਜ਼ਾਂ ਮਾਰਾਂਗਾ ਤਾਂ ਉੱਚੀ ਉੱਚੀ। ਉਹਦਾ ਸਗਾਂ ਤੇ ਜਿੰਨਾ ਜ਼ੋਰ ਲਾ ਸਕਦਾ ਉੱਚੀ ਉੱਚੀ ਆਵਾਜ਼ਾਂ ਮਾਰਦਾ ਵੀ ਮੇਰੀ ਕੋਈ ਆਵਾਜ਼ ਸੁਣ ਕੇ ਮੈਨੂੰ ਇੱਥੋਂ ਕੱਢ ਲਵੇ। ਹੁਣ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਆਪਾਂ ਆਵਾਜ਼ਾਂ ਮਾਰਦੇ ਹਾਂ, ਸਿਮਰਨ ਕਰਦੇ ਹਾਂ, ਦਿਨ ਰਾਤ ਕੂਕਦੇ ਹਾਂ ਵੀ ਮਾਲਕਾ ਸਾਨੂੰ ਇੱਥੋਂ ਕੱਢ ਲੈ, ਸਾਨੂੰ ਆਪਦੀ ਬਾਂਹ ਫੜਾ ਤੇ ਤੇਰੀ ਬਾਂਹ ਫਕੜ ਕੇ ਅਸੀਂ ਇੱਥੋਂ ਬਾਹਰ ਨਿਕਲੇ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਜਦੋਂ ਅਸੀਂ ਕੂਕਾਂਗੇ, ਜਦੋਂ ਅਸੀਂ ਆਵਾਜ਼ਾਂ ਮਾਰਾਂਗੇ ਤਾਂ ਮਾਲਕ ਫਿਰ ਸਾਡੇ 'ਤੇ ਕਿਰਪਾ ਕਰਦੇ। ਇਸ ਲਈ ਫਰਮਾਉਂਦੇ ਕਬੀਰ, ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਵੀ ਮਾਲਕ ਦਾ ਸਿਮਰਨ ਕਰੋ, ਦਿਨ ਰਾਤ ਕਰੋ, ਵੀ ਕਿਤੇ ਤਾਂ ਉਹ ਸਾਡੀ ਪੁਕਾਰ ਸੁਣੇਗਾ ਹੀ ਨਾ, ਕਿਤੇ ਤਾਂ ਉਹ ਸਾਨੂੰ ਆਪਦੀ ਬਾਂਹ ਫੜਾਏ ਗਈ, ਸਾਨੂੰ ਇੱਥੋਂ ਕੱਢੇ ਗਏ। ਹੁਣ ਇਸ ਵਾਸਤੇ ਜੇ ਅਸੀਂ ਕੂਕਾਂਗੇ, ਜੇ ਅਸੀਂ ਆਵਾਜ਼ਾਂ ਮਾਰਾਂਗੇ ਤਾਂ ਮਾਲਕ ਫਿਰ ਸੁਣਦਾ, ਫਿਰ ਉਹ ਆਪਦੀ ਬਾਂਹ ਸਾਨੂੰ ਆਪਦਾ ਪੱਲਾ ਫੜਾ ਦਿੰਦੇ ਵੀ ਇਹਨੂੰ ਪਕੜ ਕੇ ਤੁਸੀਂ ਬਾਹਰ ਨਿਕਲੇ। ਜਿਵੇਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜੀਵਾਂ ਨੂੰ ਨਾ ਭੇਦ ਹੋਣ ਕਰਕੇ, ਨਾ ਸੋਝੀ ਹੋਣ ਕਰਕੇ, ਜਿਵੇਂ ਕਈ ਹੁਣ ਵੀ ਬਹੁਤ ਅਗਿਆਨਤ, ਜਦੋਂ ਕੋਈ ਜੀਵ ਦੇਹ ਛੱਡ ਜਾਂਦਾ, ਉਸ ਸਮੇਂ ਜਿਹੜੇ ਬ੍ਰਾਹਮਣ ਹੁੰਦੇ ਸੀ, ਪੰਡਤ, ਜਦੋਂ ਕੋਈ ਦੇਹ ਛੱਡਦਾ ਅਤੇ ਜੀਵ ਉਹਨਾਂ ਕੋਲ ਜਾਂਦੇ ਵੀ ਇਹਦੀ ਗਤੀ ਹੋਵੇ। ਜਿਵੇਂ ਹੁਣ ਵੀ ਕਈ ਜਾਂਦੇ ਨਾ ਵੀ ਕਿਸੇ ਦੀ ਵੀ ਕੋਈ ਦੇਹ ਛੱਡ ਜਾਂਦਾ, ਉਹ ਜੀਵ ਉਹਨਾਂ ਨੂੰ ਵਹਿਮ ਪਾ ਦਿੰਦੇ ਵੀ ਤੁਹਾਡੇ ਤਾਂ ਫਲਾਣੇ ਦੀ ਗਤੀ ਨਹੀਂ ਹੋਈ, ਵੀ ਉਹਦੀ ਗਤੀ ਕਰਾਓ, ਉਹ ਤਾਂ ਤੁਰਿਆ ਫਿਰਦਾ। ਫਿਰ ਜੀਵ ਉਹਦੀ ਗਤੀ ਕਰਾਉਣ ਵਾਸਤੇ ਜਾਂਦੇ। ਇਹ ਸਭ ਅਗਿਆਨਤਾ ਹੈ। ਉਦੋਂ ਵੀ ਜੀਵ ਜਦੋਂ ਫਿਰ ਇਸ ਤਰ੍ਹਾਂ ਉਹਨਾਂ ਪੰਡਤਾਂ ਕੋਲ ਜਾਂਦੇ ਅਤੇ ਉਹ ਫਿਰ ਕਹਿੰਦੇ ਵੀ ਉਹਨੂੰ ਭਵ ਸਾਗਰ ਪਾਰ ਕਰਾਉਣਾ। ਉਹ ਭਵ ਸਾਗਰ ਪਾਰ ਕਰਾਉਣ ਵਾਸਤੇ ਫਿਰ ਉਹ ਕਹਿੰਦੇ ਵੀ ਗਊ ਦਾਨ ਕਰ, ਵੀ ਜਦੋਂ ਤੁਸੀਂ ਗਊ ਦਾਨ ਕਰੋਗੇ, ਗਊ ਦੀ ਪੂਛ ਫੜ ਕੇ ਉਹਨੂੰ ਭਵ ਸਾਗਰ ਤੋਂ ਪਾਰ ਲੰਘਾ ਦਿਓ। ਜਾਣੀ ਦੀ ਜੀਵਾਂ ਨੂੰ ਉਹ ਇਸ ਤਰ੍ਹਾਂ ਆਪਦੀ ਚਤੁਰਾਈ ਦੇ ਨਾਲ ਉਹਨਾਂ ਨੂੰ ਲੁੱਟਦੇ, ਉਹਨਾਂ ਦੇ ਨਾਲ ਧੋਖਾ ਕਰਦੇ। ਜਾਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਉਹਨੂੰ ਹੁਣ ਸਵਰਗਾਂ 'ਚ ਭੇਜਣਾ ਹੈ, ਉਹਨੂੰ ਗਤੀ ਕਰਾਉਣੀ, ਉਹਦੇ ਵਾਸਤੇ ਪੌੜੀ ਦੀ ਲੋੜ ਹੈ। ਅਤੇ ਪੌੜੀ ਕਿਹੜੀ ਬਣਾ ਕੇ ਦਿਓ? ਸੋਨੇ ਦੀ ਪੌੜੀ ਬਣਾ ਕੇ, ਤਾਂ ਕਿ ਉਹ ਪੌੜੀ ਦੇ ਉੱਤੇ ਚੜ੍ਹ ਕੇ ਉਹ ਸਵਰਗਾਂ 'ਚ ਜਾ ਸਕੇ, ਉਹਦੀ ਗਤੀ ਹੋ ਸਕੇ। ਇਹ ਇੱਦਾਂ ਜਾਣੀ ਦੀ ਜੀਵਾਂ ਨੂੰ ਅਗਿਆਨਤਾ ਵਸ ਜੀਵਾਂ ਨੂੰ ਭੁੱਲੇ ਭਟਕਿਆਂ ਨੂੰ ਇਸ ਤਰ੍ਹਾਂ ਜੀਵ ਲੁੱਟਦੇ, ਫਿਰ ਉਹਨਾਂ ਨੂੰ ਇਸ ਤਰ੍ਹਾਂ ਬੇਵਕੂਫ ਬਣਾਉਂਦੇ। ਅਤੇ ਆਪਾਂ ਨੂੰ ਹੁਣ ਗੁਰਬਾਣੀ ਗੁਰੂ 'ਚ ਸੋਝੀ ਦੇ ਦਿੱਤੀ ਸਤਿਗੁਰਾਂ ਨੇ ਵੀ ਉਹ ਪੱਲਾ ਕਿਹੜਾ ਜਿਹਨੂੰ ਅਸੀਂ ਫੜ ਕੇ ਭਵ ਸਾਗਰ ਤੋਂ ਪਾਰ ਲੰਘਣਾ। ਵੀ ਉਹ ਪੱਲਾ ਹੈ ਨਾਮ, ਨਾਮ ਤੋਂ ਬਿਨਾਂ ਅਸੀਂ ਭਵ ਸਾਗਰ ਨੂੰ ਪਾਰ ਨਹੀਂ ਹੋ ਸਕਦੇ। ਹੋਰ ਕੋਈ ਸਾਨੂੰ ਭਵ ਸਾਗਰ ਤੋਂ ਪਾਰ ਲੰਘਾ ਨਹੀਂ ਸਕਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਜਿਉਂਦੇ ਜੀ ਪਰਮਾਤਮਾ ਦੇ ਪੱਲੇ ਨਾਲ ਜੁੜੋ, ਤੁਸੀਂ ਜਿਉਂਦੇ ਜੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੋ, ਤਾਂ ਕਿ ਜਦੋਂ ਅਸੀਂ ਇਸ ਸੰਸਾਰ 'ਚੋਂ ਜਾਈਏ
ਤੇ ਜਾਣ ਤੋਂ ਬਾਅਦ ਜੀਵ ਕਹਿੰਦੇ ਨਾ ਵੀ ਇਹਦੀ ਗਤੀ ਕਰਾਓ ਜੀ, ਜਾਂ ਇਹਨੂੰ ਮਾਲਕ ਨੂੰ ਕਹਿੰਦੇ ਵੀ ਇਹਨੂੰ ਆਪਦੇ ਚਰਨਾਂ 'ਚ ਥਾਂ ਦਿਓ ਜਾਂ ਇਹਨੂੰ ਦਰਗਾਹ 'ਚ ਥਾਂ ਦਿਓ। ਹੁਣ ਇੱਦਾਂ ਕਿਸੇ ਦੀ ਸਿਫਾਰਿਸ਼ 'ਤੇ ਸਾਨੂੰ ਦਰਗਾਹ 'ਚ ਥਾਂ ਨਹੀਂ ਮਿਲਦੀ। ਦਰਗਾਹ ਦੇ ਵਿੱਚ ਥਾਂ ਸਾਨੂੰ ਤਾਂ ਮਿਲੇਗੀ ਜੇ ਹੁਣ ਅਸੀਂ ਜਿਉਂਦੇ ਜੀ ਪਰਮਾਤਮਾ ਦੇ ਚਰਨਾਂ ਨਾਲ ਜੁੜਾਂਗੇ। ਜਿਹਨੇ ਜਿਉਂਦੇ ਜੀ ਤਾਂ ਜਦੋਂ ਵਾਰੀ ਸੀ, ਜਦੋਂ ਮੌਕਾ ਸੀ, ਉਦੋਂ ਚਰਨਾਂ ਦਾ ਭੇਤ ਨਹੀਂ ਲਿਆ, ਉਦੋਂ ਪੱਲੇ ਦਾ ਭੇਤ ਨਹੀਂ ਲਿਆ, ਉਦੋਂ ਪੱਲਾ ਫੜਿਆ ਨਹੀਂ ਮਾਲਕ। ਫਿਰ ਦੇਹ ਛੱਡਣ ਤੋਂ ਮਗਰੋਂ ਉਹਨੂੰ ਕਿਵੇਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਥਾਂ ਮਿਲ ਜੇਗੀ। ਜਿਉਂਦੇ ਜੀ ਤਾਂ ਜਿਹਨੇ ਕਦੇ ਦਰਗਾਹ ਦਾ ਭੇਤ ਨਹੀਂ ਲਿਆ, ਦਰਗਾਹ ਦੀ ਸੋਝੀ ਨਹੀਂ ਲਈ, ਤੇ ਮਰਨ ਤੋਂ ਬਾਅਦ ਉਹਨੂੰ ਥੋੜ੍ਹੀ ਦਰਗਾਹ 'ਚ ਥਾਂ ਮਿਲ ਜਾਣ। ਇਸ ਵਾਸਤੇ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਜੇ ਤੁਸੀਂ ਚਰਨਾਂ ਦੇ ਵਿੱਚ ਨਿਵਾਸ ਚਾਹੁੰਦੇ ਹੋ, ਜੇ ਤੁਸੀਂ ਦਰਗਾਹ 'ਚ ਥਾਂ ਚਾਹੁੰਦੇ ਹੋ, ਫਿਰ ਤੁਹਾਨੂੰ ਜਿਉਂਦੇ ਜੀ ਦਰਗਾਹ 'ਚ ਥਾਂ ਮਿਲ ਜੇਗੀ। ਜੇ ਤੁਸੀਂ ਹੁਣ ਸਿਮਰਨ ਅਭਿਆਸ ਕਰਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਓ। ਜੇ ਅਸੀਂ ਹੁਣ ਮਾਲਕ ਦੇ ਸਨਮੁਖ ਹੋ ਜਾਈਏ ਪਰਮਾਤਮਾ ਦੀ, ਤੇ ਸਾਨੂੰ ਦਰਗਾਹ ਦੇ ਵਿੱਚ ਥਾਂ ਹੈ। ਜੇ ਸਾਡੀ ਇਹ ਅਵਸਥਾ ਬਣ ਜੇ ਹੁਣ, ਜੋ ਮਹਾਰਾਜ ਕਹਿੰਦੇ ਵੀ ਅੰਤਰਗਤ ਅਸੀਂ ਉਹ ਸ਼ਬਦ ਗੁਰੂ ਜਿਹੜਾ ਨਾਮ ਹੈ ਨਾਥ, ਉਹਦੀ ਸੁਣ ਸੁਣ ਕੇ ਅਰਾਧਨਾ ਕਰਨੀ। ਜੇ ਅਸੀਂ ਉਹਦੀ ਅੰਤਰਗਤ ਅਰਾਧਨਾ ਕਰੀਏ ਸ਼ਬਦ ਦੀ, ਨਾਮ ਦੀ, ਮੁਖ ਦੁਆਰਾ ਅਸੀਂ ਸਿਮਰਨ ਕਰੀਏ, ਨੇਤਰਾਂ ਦੁਆਰਾ ਅਸੀਂ ਸਤਿਗੁਰੂ ਨੂੰ ਦੇਖੀਏ, ਫਿਰ ਸਾਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ। ਸਾਨੂੰ ਜਿਉਂਦੇ ਜੀ ਦਰਗਾਹ ਦੇ ਵਿੱਚ ਥਾਂ। ਮਹਾਰਾਜ ਫਰਮਾਉਂਦੇ ਅੰਤਰ ਗੁਰ ਅਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੀਤੀ ਰਤਿਆਂ ਦਰਗਾਹ ਪਾਈਏ ਠਾ। ਵੀ ਫਿਰ ਸਾਨੂੰ ਦਰਗਾਹ ਦੇ ਵਿੱਚ ਥਾਂ ਹੈ। ਸੰਸਾਰ ਦੀ ਕੋਈ ਤਾਕਤ ਨਹੀਂ, ਫਿਰ ਆਪਾਂ ਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਬਈ ਅਸੀਂ ਦੇਹ ਛੱਡੀਏ ਅਤੇ ਸਾਡੇ ਮਗਰੋਂ ਸਿਫਾਰਿਸ਼ਾਂ ਕਰੋ ਜੀ ਵੀ ਇਹਨੂੰ ਦਰਗਾਹ 'ਚ ਥਾਂ ਦਿਓ ਜੀ। ਅਤੇ ਜੇ ਹੁਣ ਅਸੀਂ ਜਿਉਂਦੇ ਜੀ ਦਰਗਾਹ ਦਾ ਭੇਤ ਨਹੀਂ ਲਿਆ, ਜਿਉਂਦੇ ਜੀ ਤਾਂ ਇਹ ਅਵਸਥਾ ਬਣੀ ਨਹੀਂ ਸਾਡੀ, ਫਿਰ ਦੇਹ ਛੱਡਣ ਤੋਂ ਮਗਰੋਂ ਸਾਨੂੰ ਦਰਗਾਹ ਦੇ ਵਿੱਚ ਥਾਂ ਨਹੀਂ ਮਿਲ ਲੱਗੀ। ਕਿਉਂਕਿ ਦਰਗਾਹ ਦੇ ਵਿੱਚ ਅਸੀਂ ਖੁਦ ਹੀ ਰਹਿਣਾ ਨਹੀਂ ਚਾਹੁੰਦੇ। ਹੁਣ ਇੱਕ ਜੀਵ ਹੈ ਜਿਹੜਾ ਉਹਦਾ ਪਿਆਰ ਹੀ ਮਾਇਆ ਦੇ ਨਾਲ, ਸੰਸਾਰ ਦੇ ਨਾਲ ਉਹਨੇ ਇੰਨਾ ਪਿਆਰ ਪਾਇਆ ਹੋਇਆ, ਇਹਨੂੰ ਛੱਡਣਾ ਨਹੀਂ ਚਾਹੁੰਦਾ। ਆਪਾਂ ਉਹਨੂੰ ਆਖੀਏ ਵੀ ਉਹਦੀ ਸਿਫਾਰਿਸ਼ ਕਰੀਏ ਵੀ ਇਹਨੂੰ ਦਰਗਾਹ 'ਚ ਥਾਂ ਦਿਓ ਜੀ, ਅਤੇ ਮਹਾਰਾਜ ਕਹਿੰਦੇ ਵੀ ਇਹ ਆਪ ਹੀ ਦਰਗਾਹ 'ਚ ਨਹੀਂ ਰਹਿਣਾ ਚਾਹੁੰਦਾ ਅਤੇ ਤੁਸੀਂ ਕਹਿੰਦੇ ਇਹਨੂੰ ਦਰਗਾਹ 'ਚ ਥਾਂ ਦਿਓ। ਇਹ ਤਾਂ ਫਿਰ ਵਾਪਸ ਜਾਣਾ ਚਾਹੁੰਦਾ ਮਾਇਆ ਦੇ ਵਿੱਚ। ਇਸ ਵਾਸਤੇ ਜਦ ਤੱਕ ਅਸੀਂ ਖੁਦ ਰਾਜੀ ਨਹੀਂ ਹੁੰਦੇ ਦਰਗਾਹ ਦੇ ਵਿੱਚ ਥਾਂ ਲੈਣ ਵਾਸਤੇ, ਉਹਨਾਂ ਸਮਾਂ ਸਾਨੂੰ ਕੋਈ ਦਰਗਾਹ 'ਚ ਥਾਂ ਦਵਾਈ ਨਹੀਂ ਸਕਦਾ। ਤਾਂ ਕਰਕੇ ਫਿਰ ਸਾਡੇ ਮਨ ਨੂੰ ਪਹਿਲਾਂ ਰਾਜੀ ਹੋਣਾ ਪੈਂਦਾ ਵੀ ਅਸੀਂ ਇਹ ਚਾਹੀਏ ਵੀ ਸਾਨੂੰ ਦਰਗਾਹ 'ਚ ਥਾਂ ਚਾਹੀਦੀ, ਅਸੀਂ ਜੀਵਨ ਮੁਕਤ ਹੋਣਾ ਚਾਹੁੰਦੇ, ਅਸੀਂ ਇੱਧਰ ਦੁਬਾਰਾ ਵਾਪਸ ਨਹੀਂ ਆਉਣਾ ਚਾਹੁੰਦੇ ਸੰਸਾਰ ਦੇ ਵਿੱਚ, ਕਿਉਂਕਿ ਅਸੀਂ ਇੱਥੇ ਰਹਿ ਕੇ ਦੇਖ ਲਏ ਵੀ ਇੱਧਰ ਮਾਇਆ ਦੇ ਘਰ ਦੇ ਵਿੱਚ ਜਿੰਨਾ ਸਮਾਂ ਅਸੀਂ ਆਕਾਰ ਚਾਹਾਂਗੇ, ਆਕਾਰ ਦੇ ਵਿੱਚ ਦੁੱਖ। ਹੁਣ ਅਸੀਂ ਹੋਰ ਕੋਈ ਵੀ ਆਕਾਰ ਨਹੀਂ ਚਾਹੁੰਦੇ, ਹੋਰ ਕੋਈ ਕੱਪੜਾ ਨਹੀਂ ਚਾਹੁੰਦੇ। ਹੁਣ ਅਸੀਂ ਸਦਾ ਵਾਸਤੇ ਨਿਰੰਕਾਰ ਦੇ ਵਿੱਚ ਸਮਾਉਣਾ ਚਾਹੁੰਦੇ। ਸਾਡੇ ਮਨ ਦੀ ਜਿੱਦਾਂ ਦੀ ਭੁੱਖ ਹੁੰਦੀ, ਜਿੱਦਾਂ ਦੀ ਸਾਡੀ ਭਾਵਨਾ ਹੈ, ਸਾਡੀ ਉਹ ਭਾਵਨਾ ਨੂੰ ਫਲ ਲੱਗਦਾ, ਫਿਰ ਮਾਲਕ ਉੱਦਾਂ ਦੀ ਸਾਡੇ 'ਤੇ ਕਿਰਪਾ ਕਰਦੀ। ਮਹਾਰਾਜ ਤਾਈਆਂ ਫਰਮਾਉਂਦੇ ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸਵਾਮੀ, ਨਾਨਕ ਪਿਆਸ ਲਗੀ ਦਰਸ਼ਨ ਕੀ ਪਰ ਮਿਲਿਆ ਅੰਤਰਜਾਮੀ। ਮਾਲਕ ਅੰਤਰਜਾਮੀ ਹੈ ਪਰਮਾਤਮਾ, ਉਹ ਸਾਡੇ ਅੰਦਰ ਦੀ ਜਾਣਤ। ਬਈ ਜੇ ਅਸੀਂ ਕੁਝ ਵੀ ਕਰਦੇ ਹਾਂ, ਅਸੀਂ ਕਾਹਦੇ ਵਾਸਤੇ ਕਰਦੇ? ਜੇ ਅਸੀਂ ਸਿਮਰਨ ਕਰਦੇ ਉਹਦੇ ਪਿੱਛੇ ਸਾਡਾ ਮਨੋਰਥ ਕੀ ਹੈ?
ਉਹਨੂੰ ਸਭ ਪਤਾ। ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕਾਹਦੇ ਵਾਸਤੇ ਪੜ੍ਹਦੇ ਹਾਂ? ਸਾਡਾ ਸੰਸਾਰ ਦਾ ਕੋਈ ਮਤਲਬ ਹੈ ਉਹਦੇ ਵਿੱਚ? ਸਾਡੀ ਸੰਸਾਰ ਦੀ ਕੋਈ ਮੰਗ ਹੈ, ਸਾਡੀ ਸੁਖਣਾ ਹੈ? ਉਹਨੂੰ ਸਭ ਪਤਾ। ਸੋ ਇਸ ਵਾਸਤੇ ਜੇ ਤਾਂ ਸਾਡੀ ਕੋਈ ਸੰਸਾਰ ਦੀ ਮੰਗ ਨਹੀਂ ਹੈ, ਵੀ ਸੰਸਾਰ 'ਚ ਤਾਂ ਅਸੀਂ ਦੇਖ ਹੀ ਲਿਆ ਵੀ ਸਾਰਾ ਕੁਛ ਨਾਸਵਾਨ, ਇੱਥੇ ਕੁਝ ਥਿਰਤਾ ਰਹਿਣ ਵਾਲਾ ਨਹੀਂ, ਫਿਰ ਮੰਗੀਏ ਕੀ? ਵੀ ਸੰਸਾਰ ਦੇ ਪਦਾਰਥ, ਸੰਸਾਰ ਦੀ ਧਨ ਦੌਲਤ, ਸੰਸਾਰ ਦੇ ਅਹੁਦੇ ਤਾਂ ਮੈਂ ਤਾਂ ਮੰਗਾਂ ਵੀ ਜੇ ਇੱਥੇ ਸਾਰਾ ਕੁਛ ਸਦਾ ਰਹਿਣ ਵਾਲਾ ਹੋਵੇ। ਜਦੋਂ ਇੱਥੇ ਕੁਝ ਰਹਿਣਾ ਹੀ ਨਹੀਂ ਸਦਾ, ਤੇ ਫਿਰ ਮੰਗਣਾ ਕੀ ਹੈ ਇੱਥੇ? ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਰਮਾਉਂਦੇ, ਹੋ ਕਿਆ ਮੰਗੂ ਕਿਛ ਥਿਰ ਨਾ ਰਹਾਈ, ਮੈਂ ਦੀਜੇ ਨਾਮ ਪਿਆਰੀ ਜੀ। ਵੀ ਮੈਂ ਸੰਸਾਰ ਦਾ ਕੀ ਮੰਗਾ, ਮੈਨੂੰ ਕੁਝ ਥਿਰ ਤਾਂ ਰਹਿਣ ਵਾਲਾ ਇੱਥੇ ਨਜ਼ਰ ਆਉਂਦਾ ਨਹੀਂ, ਵੀ ਜਿਹੜਾ ਮੈਂ ਮੰਗ ਲਵਾਂ ਵੀ ਇਹਨੇ ਤਾਂ ਜਾਣਾ ਹੀ ਨਹੀਂ। ਇਹ ਸਰੀਰ ਨਹੀਂ ਸਾਡਾ ਥਿਰ ਰਹਿਣ ਵਾਲਾ, ਇਹ ਨਹੀਂ ਸਦਾ ਰਹਿਣਾ। ਜਦੋਂ ਇਹ ਨਾਸਵਾਨ ਹੋ ਜਾਣਾ, ਜਦੋਂ ਇਹ ਨਹੀਂ ਖਤਮ ਹੋ ਜਾਣਾ, ਤੇ ਇਹਦੇ ਨਾਲ ਹੀ ਸਾਰਾ ਕੁਛ, ਸੰਸਾਰ ਦੇ ਪਦਾਰਥ, ਸੰਸਾਰ ਦੇ ਅਹੁਦੇ, ਸੰਸਾਰ ਦੀ ਮਾਇਆ, ਜਦੋਂ ਇਹੋ ਖਤਮ ਹੋ ਗਿਆ ਸਾਰਾ ਕੁਛ, ਇੱਥੇ ਦਾ ਇੱਥੇ ਹੀ ਰਹਿ ਜਾਣਾ, ਧਰੇ ਦਾ ਧਰੇ। ਫਿਰ ਇਸ ਵਾਸਤੇ ਗੁਰਮੁਖ ਕਹਿੰਦੇ ਵੀ ਉਹ ਚੀਜ਼ ਸਾਨੂੰ ਦੇਵੋ ਵੀ ਜਿਹੜੀ ਸਾਡੇ ਨਾਲ ਸਦਾ ਚੱਲੇ, ਚੱਲਦਿਆਂ ਦੇ ਨਾਲ ਜਾਵੇ ਸਾਡੇ। ਇੱਥੋਂ ਤਾਂ ਕੁਛ ਨਾਲ ਜਾਣਾ ਨਹੀਂ ਹੈ। ਫਿਰ ਇਸ ਵਾਸਤੇ ਗੁਰਮੁਖਾਂ ਦੀ ਜਿਹੜੀ ਮੰਗ, ਉਹਨਾਂ ਦੀ ਕੋਈ ਸੰਸਾਰ ਦੀ ਦੁਨਿਆਵੀ ਮੰਗ ਨਹੀਂ ਹੁੰਦੀ। ਉਹਨਾਂ ਦੀ ਮੰਗ ਹੁੰਦੀ ਵੀ ਮਾਲਕਾ ਅਸੀਂ ਤੈਨੂੰ ਮਿਲਣਾ ਚਾਹੁੰਦੇ, ਅਸੀਂ ਤੇਰੇ ਵਿੱਚ ਸਮਾਉਣਾ ਚਾਹੁੰਦੇ, ਅਸੀਂ ਦਰਗਾਹ ਦੇ ਵਿੱਚ ਥਾਂ ਚਾਹੁੰਦੇ, ਸਾਨੂੰ ਤੇਰੇ ਚਰਨਾਂ ਦੇ ਵਿੱਚ ਨਿਵਾਸ ਚਾਹੀਦਾ, ਅਸੀਂ ਸਦਾ ਵਾਸਤੇ ਤੇਰੇ ਚਰਨਾਂ ਦੇ ਵਿੱਚ ਲੀਨ ਹੋ ਜਾਈਏ। ਇਹ ਫਿਰ ਗੁਰਮੁਖਾਂ ਦੀ ਇੱਛਾ ਹੁੰਦੀ, ਗੁਰਮੁਖਾਂ ਦੇ ਅੰਦਰ ਇਹ ਉਹਨਾਂ ਦੀ ਭਾਵਨਾ ਹੁੰਦੀ। ਤਾਈਆਂ ਫਿਰ ਉਹਨਾਂ ਨੇ ਸਾਨੂੰ ਆਖਿਆ ਵੀ ਮੈਂ ਹੋਰ ਕੀ ਮੰਗਾਂ, ਵੀ ਮੈਨੂੰ ਤਾਂ ਸਿਰਫ ਤੇਰਾ ਨਾਮ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਰਮਾਉਂਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੀ। ਵੀ ਮੈਨੂੰ ਕਿਸੇ ਸੰਸਾਰੀ ਰਾਜ ਦੀ ਲੋੜ ਨਹੀਂ, ਮੈਨੂੰ ਕਿਸੇ ਬਹੁਤੇ ਵੱਡੇ ਅਹੁਦੇ ਦੀ ਲੋੜ ਨਹੀਂ, ਮੈਨੂੰ ਮੁਕਤੀ ਦੀ ਲੋੜ ਨਹੀਂ। ਮੈਂ ਸਦਾ ਵਾਸਤੇ ਤੇਰੇ ਚਰਨਾਂ 'ਚ ਸਮਾਉਣਾ ਚਾਹੁੰਦਾ, ਉਹਦੇ ਵਿੱਚ ਲੀਨ ਹੋਣਾ ਚਾਹੁੰਦਾ। ਫਿਰ ਜਦੋਂ ਸਾਡੀ ਇੱਦਾਂ ਦੀ ਭਾਵਨਾ ਹੁੰਦੀ, ਤੇ ਮਾਲਕ ਉਹ ਅੰਤਰਜਾਮੀ ਹੈ, ਸਾਡੀ ਭਾਵਨਾ ਜਾਣਦਾ। ਫਿਰ ਜਿੱਦਾਂ ਦੀ ਸਾਡੀ ਭਾਵਨਾ ਸਾਡੇ ਮਨ ਦੀ, ਫਿਰ ਉੱਦਾਂ ਦੀ ਸਾਡੀ ਇੱਛਾ ਮਾਲਕ ਉਹ ਪੂਰੀ ਕਰਦਾ। ਸਾਰੀਆਂ ਇੱਛਾਵਾਂ ਸਾਡੀਆਂ ਪੂਰੀਆਂ ਕਰਨ ਵਾਲਾ ਮਾਰੇ ਫਰਮਾਉਂਦੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ। ਮਾਲਕ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਯੋਗ ਹੈ। ਉਹ ਜਿੱਦਾਂ ਦੀ ਜੀਵ ਦੀ ਭਾਵਨਾ ਹੁੰਦੀ, ਜਿੱਦਾਂ ਦੀ ਜੀਵ ਇੱਛਾ ਲੈ ਕੇ ਚੱਲਦਾ, ਉਹ ਉੱਦਾਂ ਦੀ ਇੱਛਾ ਉਹਦੀ ਪੂਰੀ ਕਰ ਦਿੰਦਾ। ਹੁਣ ਸੰਸਾਰ ਦੇ ਵਿੱਚ ਜੀਵ ਦੀਆਂ ਬਹੁਤੀਆਂ ਇੱਛਾਵਾਂ ਨੇ, ਅਤੇ ਗੁਰਮੁਖਾਂ ਦੀ ਜਿਹੜੀ ਉਹ ਇੱਕੋ ਹੀ ਇੱਛਾ ਹੁੰਦੀ, ਉਹਨਾਂ ਦੀ ਇੱਕੋ ਹੀ ਮੰਗ ਹੁੰਦੀ। ਜਦੋਂ ਉਹਨਾਂ ਦੀ ਇੱਕ ਮੰਗ ਹੈ, ਉਹ ਤਾਂ ਕਰਕੇ ਫਿਰ ਉਹ ਇੱਕ ਦੇ ਵਿੱਚ ਸਮਾ ਜਾਂਦੇ, ਉਹ ਇੱਕ ਹੋ ਜਾਂਦੇ, ਇੱਕ ਰੂਪ ਹੋ ਜਾਂਦੇ। ਮਨਮੁਖ ਜਿਹੜਾ, ਉਹਦੀਆਂ ਬਹੁਤੀਆਂ ਸੰਸਾਰ ਦੀਆਂ ਮੰਗਾਂ, ਤਾਂ ਕਰਕੇ ਉਹ ਖੰਡ ਖੰਡ ਹੋਇਆ ਹੋਇਆ, ਉਹਦੀ ਸੁਰਤੀ ਵਿਖਰੀ ਹੋਈ। ਵੀ ਇੱਕ ਮੰਗ ਪੂਰੀ ਹੋ ਗਈ, ਨਾਲ 10 ਮੰਗਾਂ ਹੋਰ ਖੜੀਆਂ ਹੋ ਗਈ, ਉਹ ਪੂਰੀ ਹੋਈ, ਨਾਲ ਤ੍ਰਿਸ਼ਨਾ ਹੋਰ ਵੱਧ ਗਈ। ਸੋ ਇਸ ਵਾਸਤੇ ਫਿਰ ਭਗਤ ਜਦੋਂ ਇਸ ਮਾਰਗ ਦੇ ਉੱਤੇ ਚੱਲੇ, ਉਹਨਾਂ ਨੇ ਵਿੱਚ ਕੋਈ ਸੰਸਾਰ ਦਾ ਸਵਾਰਥ ਨਹੀਂ ਰੱਖਿਆ। ਉਹਨਾਂ ਨੇ ਆਖਿਆ ਵੀ ਬੇਸ਼ੱਕ ਸਾਨੂੰ ਰੁੱਖਾ ਭੋਜਨ ਮਿਲ ਜੇ, ਸਾਨੂੰ ਧਰਤੀ 'ਤੇ ਭੁੰਜੇ ਸੌਣਾ ਮਿਲ ਜੇ, ਪਰ ਸਾਨੂੰ ਤੇਰੀ ਪ੍ਰੀਤ ਚਾਹੀਦੀ, ਤੇਰੇ ਨਾਲ ਸਾਨੂੰ ਪਿਆਰ ਚਾਹੀਦਾ।
ਜਿਹੜੀ ਸਾਡੀ ਤੇਰੇ ਨਾਲ ਪ੍ਰੀਤ ਹੈ, ਪਿਆਰ ਹੈ ਸਾਡਾ, ਉਹ ਪਿਆਰ ਨਾ ਟੁੱਟੇ। ਮਾਰੇ ਫਰਮਾਉਂਦੇ ਰੁੱਖੋ ਭੋਜਨ, ਭੂਮ ਸੈਨ ਸਖੀ ਪਿਰਿਆ ਸੰਗ ਸੂਖ ਬਿਹਾਤ। ਬਈ ਜੇ ਤੇਰੇ ਨਾਲ ਸਾਡੀ ਪ੍ਰੀਤ ਹੈ ਤੇ ਤੇਰੇ ਪਿਆਰ ਦੇ ਵਿੱਚ ਰੁੱਖਾ ਭੋਜਨ ਉਹ ਵੀ ਬੜਾ ਆਨੰਦਮਈ, ਤੇਰੇ ਪਿਆਰ ਦੇ ਵਿੱਚ ਭੁੰਜੇ ਵੀ ਸੌਂ ਜਾਈਏ ਤੇ ਉਹਦੇ ਵਿੱਚ ਵੀ ਬੜਾ ਆਨੰਦ ਹੈ, ਬੜਾ ਸੁੱਖ ਹੈ। ਜੇ ਮਾਲਕ ਦੇ ਨਾਲ ਪਿਆਰ ਹੀ ਨਹੀਂ, ਜੇ ਉਹਦੇ ਨਾਲ ਪ੍ਰੀਤ ਹੀ ਨਹੀਂ, ਤੇ ਫਿਰ ਸਾਰਾ ਕੁਛ ਹੀ ਬਿੱਖ ਬਣ ਜਾਂਦਾ, ਫਿਰ ਸਾਰਾ ਕੁਛ ਹੀ ਜ਼ਹਿਰ। ਮਹਾਰਾਜ ਇਸ ਲਈ ਕਹਿੰਦੇ ਵੀ ਜਿਹੜੇ ਸੰਤ ਗੁਰਮੁਖ ਨੇ ਵੀ ਉਹਨਾਂ ਦੀ ਰੁੱਖੀ ਸੁੱਖੀ ਰੋਟੀ ਵੀ ਜਿਹੜੀ ਵੀ ਉਹ ਵੀ ਸਾਡੇ ਵਾਸਤੇ ਸਾਰੇ ਨਿਧਾਨ, ਉਹ ਸਾਰਾ ਖਜ਼ਾਨਾ ਸਾਡੇ ਵਾਸਤੇ। ਅਤੇ ਜਿਹੜਾ ਸਾਕਤ ਹੈ ਮਨਮੁਖ, ਉਹਦੇ ਗ੍ਰਹਿ ਦੇ ਵਿੱਚ ਚਾਹੇ 36 ਪ੍ਰਕਾਰ ਦੇ ਭੋਜਨ ਬਣਦੇ ਹੋਣ, ਉਹ ਬਿੱਖ ਨੇ, ਉਹ ਜ਼ਹਿਰ ਨੇ। ਮਹਾਰਾਜ ਕਹਿੰਦੇ ਸੰਤਨ ਕਾ ਦਾਣਾ ਰੁੱਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 37 ਪ੍ਰਕਾਰ ਸੋ ਬਿਖੂ ਸਮਾਨ। ਵੀ ਜਿਹੜਾ ਸਾਕਤ ਮਨਮੁਖ ਹੈ ਉਹਦੇ ਕਿੰਨੇ ਵੀ ਪਕਵਾਨ ਬਣਨ, 36 ਪ੍ਰਕਾਰ ਦੇ ਬਣਨ, ਉਹ ਬਿੱਖ ਹੈ, ਉਹ ਜ਼ਹਿਰ। ਕਿਉਂਕਿ ਜਦੋਂ ਜੀਵਨ ਨੂੰ ਛਕੇਗਾ ਉਹਦੇ ਅੰਦਰ ਵਕਾਰ ਹੀ ਚੱਲਣਗੇ, ਵਕਾਰ ਹੀ ਵਧਣਗੇ। ਸੰਤਾਂ ਦੀ ਰੁੱਖੀ ਸੁੱਖੀ ਛਕ ਕੇ ਵੀ ਸਾਡੇ ਮਨ ਨੂੰ ਸ਼ਾਂਤੀ ਆਉਂਦੀ, ਕਿਉਂਕਿ ਉਹਦੇ ਵਿੱਚ ਵੀ ਅੰਮ੍ਰਿਤ, ਉਹਨਾਂ ਦੀ ਉਹ ਦ੍ਰਿਸ਼ਟੀ ਅੰਮ੍ਰਿਤਮਈ ਉਹਦੇ ਵਿੱਚ ਪੈਂਦੀ। ਇਸ ਵਾਸਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਅਸਲ ਦੇ ਵਿੱਚ ਜਿਹੜੇ ਸ਼ਾਹ ਪਾਤਸ਼ਾਹ ਉਹ ਗੁਰਮੁਖ ਨੇ ਜਿਨ੍ਹਾਂ ਦੀ ਪ੍ਰੀਤ ਮਾਲਕ ਦੇ ਨਾਲ, ਜਿਹੜੇ ਨਾਮ ਦੇ ਨਾਲ ਜੁੜੇ ਹੋਏ, ਜਿਨ੍ਹਾਂ ਨੂੰ ਮਾਲਕ ਨੇ ਆਪਦੀ ਬਾਂਹ ਫੜਾਈ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਪਾਤਸ਼ਾਹ ਆਖਿਆ। ਜਿਵੇਂ ਹੁਣ ਆਪਾਂ ਭਗਤਾਂ ਦਾ ਜੀਵਨ ਦੇਖੀਏ, ਭਗਤਾਂ ਕੋਲ ਬਹੁਤਾ ਕੋਈ ਸੰਸਾਰੀ ਦੁਨਿਆਵੀ ਧਨ ਨਹੀਂ ਹੈ। ਹੁਣ ਜਿਹੜੇ ਹੱਥੀਂ ਕਿਰਤ ਕਰਦੇ, ਕੋਈ ਤਾਣਾ ਬੁਣ ਰਿਹਾ, ਉਹ ਕਿੰਨਾ ਕੁ ਉਹਦੇ ਕੋਲ ਧਨ ਹੋਏ, ਕੋਈ ਜੁੱਤੀਆਂ ਗੰਢ ਰਿਹਾ, ਕੋਈ ਕੱਪੜੇ ਰੰਗ ਰਿਹਾ। ਹੁਣ ਪਰ ਹੈ ਉਹ ਪਾਤਸ਼ਾਹ ਨੇ ਸੰਸਾਰੀ ਜੀਵ, ਉਹਨਾਂ ਨੂੰ ਕਹਿੰਦੇ ਵੀ ਇਹ ਨੀਵੀਂ ਜਾਤ ਦੇ, ਇਹਨਾਂ ਦੀਆਂ ਜਾਤਾਂ ਵੀ ਨੀਵੀਆਂ, ਇਹਨਾਂ ਦੇ ਕਰਮ ਵੀ ਨੀਵੇਂ। ਪਰ ਗੁਰੂ ਸਾਹਿਬ ਕਹਿੰਦੇ ਵੀ ਉਹਨਾਂ ਨੀਚ ਜਾਤ ਦੇ ਵਿੱਚ ਉਹਨਾਂ ਨੇ ਪਰਮਾਤਮਾ ਨੂੰ ਜਪ ਕੇ ਵੀ ਜਿਹੜੀ ਪਦਵੀ ਉਹਨਾਂ ਨੇ ਬੜੀ ਉੱਚੀ ਪ੍ਰਾਪਤ ਕੀਤੀ, ਸਦਾ ਵਾਸਤੇ ਅਮਰ ਹੋ ਗਈ। ਮਾਰੇ ਫਰਮਾਉਂਦੇ ਨੀਚ ਜਾਤ ਹਰ ਜਪਤੇ ਆ ਉੱਤਮ ਪਦਵੀ ਪਾਏ। ਵੀ ਜਿਹੜਾ ਵੀ ਜੀਵ ਪਰਮਾਤਮਾ ਨੂੰ ਜਪੇਗਾ, ਜਿਹੜਾ ਨਾਮ ਦੇ ਨਾਲ ਜੁੜ ਗਿਆ, ਉਹਨੂੰ ਪਦਵੀ ਉੱਚੀ ਮਿਲਣੀ, ਅਮਰ ਪਦਵੀ। ਹੁਣ ਸੰਸਾਰ ਦੇ ਵਿੱਚ ਜਿਹੜਾ ਜੀਵ ਆਪਦੀ ਮੱਤ ਦੁਆਰਾ ਚੱਲਦਾ, ਵੀ ਜਿਵੇਂ ਮਨਮੁਖ ਹੈ ਸਾਕਤ, ਉਹਦੇ ਕੋਲ ਕਿੰਨਾ ਵੀ ਧਨ ਹੈ, ਉਹ ਸਾਰਾ ਉਹਦੇ ਕੋਲ ਬਿੱਖ ਜ਼ਹਿਰ ਹੈ ਉਹਦੇ ਵਾਸਤੇ, ਕਿਉਂਕਿ ਉਹਦੀ ਸੁੱਧ ਬੁੱਧ ਮਾਰੀ ਹੋਈ ਉਹਨੇ। ਕਿੰਨੇ ਉਹਦੇ ਘਰ 36 ਪ੍ਰਕਾਰ ਦੇ ਭੋਜਨ ਬਣਦੇ, ਮਹਾਰਾਜ ਕਹਿੰਦੇ ਜ਼ਹਿਰ ਨੇ, ਬਿੱਖ ਨੇ। ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਵੀ ਪਾਤਸ਼ਾਹ ਤਾਂ ਉਹ ਗੁਰਮੁਖ ਨੇ ਜਿਹੜੇ ਨਾਮ ਦੇ ਨਾਲ ਜੁੜੇ ਨੇ। ਜਿਨ੍ਹਾਂ ਦੇ ਪੱਲੇ ਨਾਮ ਹੀ ਨਹੀਂ, ਉਹਨਾਂ ਨੂੰ ਤਾਂ ਕੰਗਾਲ ਆਖਿਆ ਗੁਰਬਾਣੀ ਗੁਰੂ ਵਿੱਚ। ਇਹ ਤਾਂ ਬਹੁਤੇ ਕੰਗਾਲ ਨੇ, ਬਹੁਤੇ ਗਰੀਬ ਨੇ। ਸੋ ਤਾਂ ਕਰਕੇ ਸਮਝਾਉਂਦੇ ਵੀ ਜਿਵੇਂ ਮਨ ਕਰਕੇ ਅਸੀਂ ਹੈ ਤਾਂ ਦੋਵੇਂ ਭਾਈ ਭਾਈ ਹਾਂ। ਇੱਕ ਸਰਧਨ ਹੈ, ਮਤਲਬ ਵੀ ਇੱਕ ਨਿਰਧਨ ਹੈ, ਵੀ ਇੱਕ ਅਮੀਰ ਹੈ, ਇੱਕ ਗਰੀਬ ਹੈ। ਹੁਣ ਇਹ ਤਾਂ ਸੰਸਾਰ ਦਾ ਮਾਇਆ ਦਾ ਖੇਲ ਹੈ ਵੀ ਕਿਸੇ ਕੋਲ ਭੋਰਾ ਜ਼ਿਆਦਾ ਹੈ, ਕਿਸੇ ਕੋਲ ਘੱਟ। ਜਿਹਦੇ ਕੋਲ ਜ਼ਿਆਦਾ ਉਹਨੇ ਕਿਹੜਾ ਨਾਲ ਲੈ ਜਾਣਾ ਇੱਥੋਂ। ਹੁਣ ਮਹਾਰਾਜ ਹੀ ਕਹਿੰਦੇ ਵੀ ਅਸਲ ਗਰੀਬ ਉਹ ਹੈ ਜਿਹਦੇ ਪੱਲੇ ਨਾਮ ਨਹੀਂ। ਫਰਮਾਉਂਦੇ ਨੇ ਸਰਧਨ ਨਿਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਕਹਿਤ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਵੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ, ਉਹਨਾਂ ਨੂੰ ਕਹਿੰਦੇ ਨਿਰਧਨ। ਨਿਰਧਨ ਹੁੰਦਾ ਗਰੀਬ, ਵੀ ਇਹ ਬਾਹਲੇ ਗਰੀਬ ਨੇ, ਵੀ ਇਹਨਾਂ ਦੇ ਪੱਲੇ ਤਾਂ ਨਾਮ ਹੀ ਨਹੀਂ। ਅਤੇ ਜਿਨ੍ਹਾਂ ਦੇ ਪੱਲੇ ਨਾਮ ਧਨ ਨੇ, ਉਹਨਾਂ ਨੂੰ ਮਹਾਰਾਜ ਕਹਿੰਦੇ ਪਾਤਸ਼ਾਹ। ਜਿਨ ਕੇ ਪੱਲੇ ਨਾਮ ਧਨ ਸਈ ਪੂਰੇ ਸ਼ਾਹ। ਵੀ ਉਹ ਪੂਰੇ ਸ਼ਾਹ ਨੇ, ਕਿਉਂਕਿ ਉਹਨਾਂ ਦੀ ਜਿਹੜੀ ਦਰਗਾਹ ਦੇ ਵਿੱਚ
मालक दे घर दे विच उन्हां दी वडियाई, उन्हां नूं मालक दे घर दे विच थां है, उन्हां दी शोभा, उन्हां दी महिमा होरां खंडां ब्रह्मंडां दे विच भी ਜਿਹੜੇ ਗੁਰਮੁਖ नाम ਦੇ ਨਾਲ जुड़ ਜਾਂਦੇ, ਜਿਹੜੇ नाम ਦੇ ਵਿੱਚ ਸਮਾ ਜਾਂਦੇ। ਮਹਾਰਾਜ ਤਾਈਓ ਸਾਨੂੰ ਰੋਜ਼ ਫਰਮਾਉਂਦੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੀ। ਵੀ ਉਹਨਾਂ ਦਾ ਜਿਹੜਾ ਜਨਮ ਮਰਨ ਉਹ ਖੰਡਨ ਹੋ ਗਿਆ, ਉਹਨਾਂ ਨੇ ਉਹ ਅਵਿਨਾਸੀ ਮਾਲਕ ਨਾਲ ਮਿਲਾਪ ਕਰ ਲਿਆ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੋਭ ਖੰਡ ਬ੍ਰਹਿਮੰਡਾ ਹੈ। ਵੀ ਉਹਨਾਂ ਨੂੰ ਜਿਹੜਾ ਰਾਜ ਮਿਲਿਆ ਉਹ ਅਵਿਨਾਸੀ, ਅਵਿਨਾਸੀ ਹੁੰਦਾ ਵੀ ਜਿਹੜਾ ਕਦੇ ਨਾਸ ਨਹੀਂ ਹੋਣ ਵਾਲਾ। ਜਿਵੇਂ ਸੰਸਾਰ 'ਚ ਤਾਂ ਸਾਰਾ ਕੁਛ ਹੀ ਨਾਸ, ਸੰਸਾਰ ਦਾ ਰਾਜ ਭਾਗ ਸਦਾ ਥੋੜ੍ਹੀ ਰਹਿਣ ਵਾਲਾ, ਅਤੇ ਭਗਤਾਂ ਨੇ ਉਹ ਰਾਜ ਲਿਆ ਜਿਹੜਾ ਸਦਾ ਅਵਿਨਾਸੀ, ਵੀ ਜਿਹੜਾ ਖਤਮ ਨਹੀਂ ਹੁੰਦਾ, ਜਿਹੜਾ ਵਿਨਸਣ ਵਾਲਾ। ਹੁਣ ਉਹ ਰਾਜ ਸਾਨੂੰ ਕਿੱਥੇ ਜਾ ਕੇ ਮਿਲਦਾ? ਫਿਰ ਆਪਾਂ ਨੂੰ ਦੱਸਦੇ ਵੀ ਜਦੋਂ ਅਸੀਂ ਆਪਣੇ ਘਰ ਜਾਂਦੇ ਹਾਂ, ਮਹਿਲ ਦੇ ਵਿੱਚ, ਗੜ੍ਹ ਦੇ ਵਿੱਚ, ਗੁਰਦੁਆਰੇ ਦੇ ਵਿੱਚ, ਫਿਰ ਪਰਮਾਤਮਾ ਅਕਾਲ ਪੁਰਖ ਉਹ ਅਵਿਨਾਸੀ, ਅਤੇ ਉਹ ਸਾਨੂੰ ਅਵਿਨਾਸੀ ਰਾਜ ਬਖਸ਼ਿਸ਼ ਕਰਦੇ। ਮਹਾਰਾਜ ਫਰਮਾਉਂਦੇ, ਦਾਸ ਕਮੀਰ ਚੜ੍ਹਿਓ ਗੜ੍ਹ ਉੱਪਰ, ਰਾਜ ਲਿਓ ਅਵਿਨਾਸੀ। ਬਈ ਕਬੀਰ ਜੀ ਕਹਿੰਦੇ ਅਸੀਂ ਅਵਿਨਾਸੀ ਰਾਜ ਲੈ ਲਏ, ਜਿਹੜਾ ਕਦੇ ਹੁਣ ਨਾਸ ਨਹੀਂ ਹੋਏਗਾ, ਜਿਹੜਾ ਕਦੇ ਵਿਣਸੇਗਾ ਨਹੀਂ। ਹੁਣ ਮਾਲਕ ਆਪ ਅਵਿਨਾਸੀ, ਅਤੇ ਉਹ ਰਾਜ ਵੀ ਸਾਨੂੰ ਅਵਿਨਾਸੀ ਦਿੰਦੇ। ਅਤੇ ਇੱਧਰ ਸਾਰਾ ਕੁਝ ਸੰਸਾਰ ਦਾ ਜਿਹੜਾ ਉਹ ਨਾਸ ਹੋਣ ਵਾਲਾ, ਵਿਨਸਣਹਾਰ, ਇੱਧਰ ਕੁਝ ਵੀ ਥਿਰ ਨਹੀਂ ਰਹਿਣ ਵਾਲਾ। ਇਸ ਵਾਸਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਜੀਵ ਹੁਣ ਇੱਧਰ ਸੰਸਾਰ ਦੇ ਵਿੱਚ ਹਉਮੈ ਕਰਦਾ, ਹੰਕਾਰ ਕਰ 'ਚ, ਕਿਸੇ ਨੂੰ ਧਨ ਦਾ ਹੰਕਾਰ ਹੈ, ਕਿਸੇ ਨੂੰ ਧਰਤੀ ਜ਼ਮੀਨ ਜਾਇਦਾਦ ਦਾ ਹੰਕਾਰ, ਉਹਨੂੰ ਗੁਰਬਾਣੀ ਗੁਰੂ ਵਿੱਚ ਫਿਰ ਮੂਰਖ ਆਖੇ ਸਤਿਗੁਰ। ਧਨ ਭੂਮਿਕਾ ਜੋ ਕਰੇ ਗਮਾਨ, ਸੋ ਮੂਰਖ ਅੰਧਾ ਗਿਆਨ। ਵੀ ਬੜਾ ਵੱਡਾ ਅੰਧ ਗਿਆਨੀ। ਹੁਣ ਜੀਵ ਇੱਧਰ ਜਦੋਂ ਹੰਕਾਰ ਕਰਦਾ ਜਾਤ ਦੇ ਉੱਤੇ, ਵੀ ਮੇਰੀ ਜਾਤ ਉੱਚੀ, ਦੂਸਰਿਆਂ ਦੀ ਨਿੰਦਿਆ ਕਰਦਾ ਵੀ ਇਹਨਾਂ ਦੀ ਨੀਵੀਂ ਜਾਤ, ਇਹਨਾਂ ਦੀ ਮਾੜੀ ਜਾਤ। ਗੁਰੂ ਅਮਰਦਾਸ ਜੀ ਕਹਿੰਦੇ ਵੀ ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਵੀ ਉਹ ਨੀਚ ਨੇ, ਅਤੇ ਉਹਨਾਂ ਦੀ ਜਾਤ ਸਭ ਤੋਂ ਨੀਵੀਂ। ਬਿਨ ਨਾਮੇ ਸਭ ਨੀਚ ਜਾਤ ਹੈ, ਬੇਸਤਾ ਕਾ ਕੀੜਾ ਹੋਏ। ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਜਿਹੜੇ ਨਾਮ ਦੇ ਨਾਲ ਜੁੜੇ ਨਹੀਂ, ਉਹਨਾਂ ਦੀ ਜਾਤ ਨੀਵੀਂ। ਅਤੇ ਉਹ ਜਾਣਗੇ ਕਿੱਥੇ? ਕਹਿੰਦੇ ਬੇਸਤਾ ਗੰਦਗੀ ਦੇ ਕੀੜੇ ਬਣਨਗੇ ਨਾਮ ਤੋਂ ਬਿਨਾਂ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜਿਹੜੇ ਗੁਰਮੁਖ ਨਾਮ ਦੇ ਨਾਲ ਜੁੜ ਕੇ, ਉਹਨਾਂ ਦੀ ਤਾਂ ਕੁੱਲ ਜਿਹੜੀ ਉਹ ਉੱਚੀ ਹੋ ਗਈ, ਉਹ ਤਾਂ ਆਪ ਵੀ ਤਰ ਜਾਂਦੇ, ਅਤੇ ਉਹਨਾਂ ਦੀਆਂ ਤਾਂ ਕੁੱਲਾਂ ਵੀ ਤਰ ਜਾਂਦੀ। ਮਹਾਰਾਜ ਇਸ ਲਈ ਫਰਮਾਉਂਦੇ, ਭਗਤ ਜਨਾਂ ਕੀ ਉੱਤਮ ਬਾਣੀ, ਗਾਵੇ ਅਕਥ ਕਥਾ ਨਿਤ ਨਿਆਰੀ, ਸਫਲ ਜਨਮ ਭਇਆ ਤੈਨ ਕੇਰਾ, ਆਪ ਤਰੇ ਕੁੱਲ ਤਾਰੀ। ਵੀ ਇੱਕ ਵੀ ਸਾਡੀ ਕੁੱਲ ਦੇ ਵਿੱਚ ਭਗਤ ਹੋ ਜਾਵੇ, ਅਤੇ ਉਹ ਕੁਲਾਂ ਦਾ ਆਧਾਰ ਕਰ ਲੈਂਦੇ, ਇੱਕ ਦੇ ਨਾਲ ਹੀ ਕਿੰਨੀਆਂ ਕੁਲਾਂ ਤਰ ਜਾਂਦੀ। ਇਹ ਵਡਿਆਈਆਂ ਮਾਲਕ ਨੇ ਦਿੱਤੀਆਂ ਆਪਦੇ ਭਗਤਾਂ ਨੂੰ, ਸੰਤਾਂ ਨੂੰ, ਸਾਧੂਆਂ ਨੂੰ। ਇਹ ਵਡਿਆਈ ਹੈ ਨਾਮ ਦੀ ਸਾਰੀ। ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਂਗੇ ਅੰਦਰੋਂ, ਜਿਹੜੇ ਗੁਰਮੁਖ ਵੀ ਨਾਮ ਦੇ ਨਾਲ ਜੁੜ ਗਏ, ਉਹਨਾਂ ਦਾ ਮਨ ਪਵਿੱਤਰ, ਉਹਨਾਂ ਦਾ ਤਨ ਪਵਿੱਤਰ, ਜਿੱਥੇ ਉਹ ਰਹਿੰਦੇ ਉਹ ਧਰਤੀ ਪਵਿੱਤਰ ਹੋ ਜਾਂਦੀ। ਜਿਹੜੇ ਘਰ 'ਚ ਉਹ ਰਹਿੰਦੇ ਉਹ ਘਰ ਇੱਕ ਮੰਦਰ ਬਣ ਜਾਂਦਾ। ਇਹ ਸਾਰੀਆਂ ਵਡਿਆਈਆਂ ਮਹਾਰਾਜ ਨਾਮ ਦੀਆਂ ਦੱਸਦੇ। ਫਰਮਾਉਂਦੇ ਨੇ, ਸੋ ਸੱਚ ਮੰਦਰ ਜਿਤ ਸੱਚ ਤੇ ਆਈਏ, ਸੋ ਰਿਦਾ ਸਹੇਲਾ ਜਿਤ ਹਰ ਗੁਣ ਗਾਈਏ। ਸਾ ਧਰਤ ਸੁਹਾਵੀ ਜਿੱਥੇ ਵਸੇ ਹਰ ਜਨ, ਸਚੇ ਨਾਮ ਬੇਟੋ ਕਰਵਾਣ ਜੀ।
महाराज कहते करवान जाइए नाम तो जिहदी इन्नी महिमा इन्नी वडियाई है, जिन्हें साडा सारा कुछ ही पवित्र कर दिया। ताइयों महाराज फरमाउंदे हौ वार ने करवान तेरे नाम नूं, भी असी जे किसी ते करवान जाने तो तेरे नाम दे उत्ते, भी असी तेरे नाम ते बलिहार जाने बारी जाते, भी जिहदी इन्नी महिमा जिहदी इन्नी वडियाई है, जिन्हें सारा कुछ ही पवित्र कर दिया। ताइयों भगतां ने आखिया भी जे असी पाप ना करते फिर किहने कहना सी तेरा नाम है जिहड़ा पापियां नूं भी पवित्र कर देंदा। बई पाप नहीं वड्डा, तेरा नाम वड्डा है जिहड़ा करोड़ां पापां नूं खंडन कर देंदा। महाराज इसलिए फरमाउंदे जो पे हम ना पाप करंता अही अनंता, पतत पावन नाम कैसे हुंता। भी जे असी पाप ना करते तो फिर किहने कहना तेरा नाम पापियां नूं पवित्र कर देंदा। इस करके पाप नहीं वड्डा, मालक दा नाम वड्डा है। किसी ने किन्ने भी पाप कीते होण, मारे सचे पातशाह कहंदे भी किन्ना भी जीव झगड़ालू होवे, अनेकां उहने हत्या कीतियां होण, किन्ने उहदे ते मुकदमे केस चलदे होण ते संसारी जीव आखण भी इह तों माड़ा बंदा तां कोई हो ही नहीं सकदा, भी इन्ना दुष्ट है इन्ना पापी है। जे वह नाम दे नाल जुड़ जाए तो उहदे सारे पाप ने जिहड़े वह खंडन हो जाते। नाम है जिहड़ा इस तरह पापां नूं साड़ दिंदा है, जिवें आगे जिहड़ी वह लकड़ां नूं साड़ के सुआह कर दिंदी। मारे फरमाउंदे ने घोर दुख अनिक हतं, जन्म दरिद्र महा वखियादं, सगल मिटांत सिमरत हर नाम, नानक जैसे पावक काष्ट भस्म करोच। मारे कहते भी जिमें वो पावक अगन है जिहड़ी वो भस्म कर दिंदी लकड़ां नूं, किन्नियां भी लकड़ां होण उन्हें साड़ के सुआह कर देण। इस तरह ही जो परमात्मा का नाम वो साडे पापां नूं साड़ के सुआह कर दिंदा, साडे पापां नूं खंडन कर दिंदा। ताइयों मारे फरमाउंदे दुख भंजन तेरा नाम जी, दुख भंजन तेरा नाम। बई परमात्मा के नाम दे नाल जुड़ के साडे दुख कट्टे जाते, साडे दुखों पापों का नाश हो जाता। हुण जे तां असीं नाम दे नाल जुड़ांगे, साडे मन दे सारे दुख पाप जिहड़े कट्टे जाणगे। जे हुण असीं नाम दे नाल जुड़दे नहीं, फिर साडे दुख ने जिहड़े कट्टे नहीं जाते। फिर असीं संसार दे विच दुखी रहने हैं, तो जीव दुखी हुंदा होया इत्थों फिर वापस मुड़ जांदा, फिर आकारां दे विच फिर दुख। इस करके फिर आपां नूं समझाउंदे भी दुखां नूं कट्टण वाला परमात्मा दा नाम है। जे असीं नाम नूं बुझांगे, जे असीं नाम नाल जुड़ांगे तो दुख कट्टे जाणगे, नहीं तो दुख कट्टे नहीं जांदे। और सुख हर एक जीव भालदा, आपां संसार च देखते हैं भी कोई भी जीव दुख तो मंगदा नहीं। जीव जिहनूं भी मनदा, जिथे भी वो जांदा उत्थे जाके वो सुख मंगदा। आपां गुरु घर आउंदे, जीव गुरु घरां 'च जाके सुख मंगदे। हुण मंगदे असीं सारे सुख हां, पर जीव विचारदा नहीं भी मैं दुखी कातों, भी दुख तो मैं मंगिया नहीं, मंगिया तो सुख है दुखी ने। मन ने जिहड़े वो शांत ने, मनां दे विच हर समय कला कलेश दुविधा वैर विरोध दुरमत की अगन दिन रात साड़ रही। हुण मारे फिर इसलिए सानूं समझाउंदे भी जिहड़ा जीवे आपदी मत द्वारा सुख मंगदा, असल दे विच वो सुख नहीं, असीं दुख ही मंगी जांदे। जिन्हों असी सुख समझ के मंगते हैं अज्ञानता बस हो के सानू वो सुख लगता, असल जो सुख नहीं वो दुख है। मारे ताइयों फरमाउंदे सुख मंगत दुख आगे आवे, सो सुख हमू ना मंगिया भाव।
ਹੁਣ ਜੀਵ ਜਿਹਨੂੰ ਸੁੱਖ ਸਮਝ ਕੇ ਦਿਨ ਰਾਤ ਮੱਥੇ ਰਗੜਦਾ ਹੈ ਵੀ ਮੈਨੂੰ ਆਹ ਚੀਜ਼ ਮਿਲ ਜੀ, ਅਤੇ ਜੇ ਉਹਨੂੰ ਮਿਲ ਵੀ ਜਾਂਦੀ ਤੇ ਫਿਰ ਵੀ ਉਹਨੇ ਦੁਖੀ ਰਹਿਣਾ, ਫਿਰ ਉਹਨੂੰ ਹੋਰ ਦੁੱਖ ਲੱਗ ਜਾਣ। ਮਹਾਰਾਜ ਇਸ ਵਾਸਤੇ ਕਹਿੰਦੇ ਵੀ ਜਿਹਨੂੰ ਸੁੱਖ ਸਮਝ ਕੇ ਜੀਵ ਮੰਗਦਾ ਉਹਨੂੰ ਇਹ ਨਹੀਂ ਪਤਾ ਵੀ ਮੈਂ ਦੁੱਖ ਮੰਗ ਰਿਹਾ। ਅਤੇ ਤਾਈਓ ਸਤਿਗੁਰੂ ਕਹਿੰਦੇ ਵੀ ਮੰਗਦੇ ਤਾਂ ਇਹ ਸੁੱਖ ਨੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਸੁੱਖ ਸਮਝ ਕੇ ਜਿਹਨੂੰ ਮੰਗ ਰਹੇ ਉਹੀ ਸਾਡੇ ਲਈ ਦੁੱਖ ਦਾ ਕਾਰਨ ਬਣ। ਮਹਾਰਾਜ ਇਸ ਲਈ ਫਰਮਾਉਂਦੇ ਸੁਖ ਕੋ ਮੰਗੇ ਸਭ ਕੋਈ, ਦੁੱਖ ਨਾ ਮੰਗੇ ਕੋਈ। ਸੁਖੇ ਕੋ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਈ। ਹੁਣ ਸੰਸਾਰ 'ਚ ਆਪਾਂ ਦੇਖਦੇ ਨਾ ਵੀ ਸਾਰੇ ਸੁੱਖਾਂ ਮੰਗਦੇ ਵੀ ਸੁੱਖ ਦਿਓ ਜੀ, ਦੁੱਖ ਤਾਂ ਕੋਈ ਨਹੀਂ ਮੰਗਦਾ। ਮਹਾਰਾਜ ਕਹਿੰਦੇ ਸੁਖ ਕੋ ਮੰਗੇ ਸਭ ਕੋਈ, ਦੁੱਖ ਨਾ ਮੰਗੇ ਕੋਈ। ਵੀ ਦੁੱਖ ਤਾਂ ਕੋਈ ਮੰਗਦਾ ਨਹੀਂ ਆਪਦੇ ਬਸ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੁਖੇ ਕੋ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਈ। ਵੀ ਮਨਮੁਖ ਨੂੰ ਇਹ ਬੁੱਝਿਆ ਨਹੀਂ, ਉਹਨੂੰ ਸੋਝੀ ਨਹੀਂ, ਉਹਨੇ ਗੁਰੂ ਦੀ ਮੱਤ ਨਹੀਂ ਲਈ ਵੀ ਜਿਹਨੂੰ ਮੈਂ ਸੁੱਖ ਸਮਝ ਕੇ ਮੰਗ ਰਿਹਾ ਉਹ ਮੈਂ ਦੁੱਖ ਮੰਗ ਰਿਹਾ। ਤਾਈਓ ਜਦੋਂ ਉਹਨੂੰ ਪਹਿਲਾਂ ਤਾਂ ਉਹ ਸੁਖਣਾ ਸੁੱਖਦਾ ਵੀ ਮੈਨੂੰ ਆਹ ਚੀਜ਼ ਦੀ ਪ੍ਰਾਪਤੀ ਹੋ ਜੇ, ਜਦੋਂ ਹੋ ਜਾਂਦੀ ਉਹ ਫਿਰ ਦੁਖੀ ਤੋਂ ਦੁਖੀ ਰਹਿੰਦਾ। ਸਤਿਗੁਰੂ ਇਸ ਵਾਸਤੇ ਫਿਰ ਸਮਝਾਉਂਦੇ ਵੀ ਜੇ ਅਸੀਂ ਮੰਗਣਾ ਹੀ ਹੈ ਤਾਂ ਮੰਗਣਾ ਕੀ। ਅਤੇ ਆਪਾਂ ਨੂੰ ਕਹਿੰਦੇ ਜੇ ਮੰਗਣਾ ਤਾਂ ਆਪਦੇ ਵਾਸਤੇ ਤਾਂ ਮੰਗੋ, ਅਤੇ ਆਪਣੇ ਵਾਸਤੇ ਮੰਗਣ ਨੂੰ ਹੈ ਕੀ ਇਹ ਨਾਮ। ਨਾਮ ਤੋਂ ਬਿਨਾਂ ਹੋਰ ਸਾਡੇ ਵਾਸਤੇ ਹੈ ਕੁਝ ਨਹੀਂ ਇੱਧਰ। ਮਹਾਰਾਜ ਤਾਈਆਂ ਫਰਮਾਉਂਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਵੀ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਹੋਰ ਤਾਂ ਸਾਰਾ ਕੁਛ ਦੇਖ ਲਿਆ ਮੰਗ ਕੇ ਵੀ ਉਹ ਤਾਂ ਦੁੱਖ ਹੀ ਮਿਲਦਾ ਉਹਦੇ ਵਿੱਚ। ਵੀ ਜੋ ਵੀ ਅਸੀਂ ਮੰਗਿਆ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਈ ਉਹਦੇ ਨਾਲ। ਜੇ ਸਾਨੂੰ ਮਿਲ ਵੀ ਗਿਆ ਹੈ ਅਤੇ ਤਾਂ ਵੀ ਸਾਡਾ ਮਨ ਦੁਖੀ ਹੀ ਰਿਹਾ, ਸ਼ਾਂਤੀ ਰਹੀ। ਵੀ ਹੁਣ ਜੇ ਸਾਡੇ 'ਤੇ ਤੁਸੀਂ ਕਿਰਪਾ ਕਰਨੀ, ਜੇ ਸਾਡੇ 'ਤੇ ਤੁੱਠੇ ਹੋ ਅਤੇ ਸਾਨੂੰ ਨਾਮ ਦੀ ਦਾਤ ਦਿਓ, ਤਾਂ ਕਿ ਨਾਮ ਦੀ ਦਾਤ ਲੈ ਕੇ ਸਾਡੇ ਮਨ ਦੀ ਤ੍ਰਿਪਤੀ ਹੋ ਜੇ। ਸਾਡਾ ਜਿਹੜਾ ਮਨ ਭੁੱਖਾ ਇਹ ਭੁੱਖਾ ਰੱਜ ਜੇ, ਨਹੀਂ ਤਾਂ ਨਾਮ ਤੋਂ ਬਿਨਾਂ ਇਹਨੂੰ ਰੱਜ ਨਹੀਂ ਆਉਂਦਾ, ਇਹ ਭੁੱਖੇ ਦਾ ਭੁੱਖਾ ਹੀ ਰਹਿੰਦਾ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਰੋਜ਼ ਸਮਝਾਉਂਦੇ ਵੀ ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਜਾਂਦੀ, ਉਹ ਮਨ ਭੁੱਖਾ ਨਹੀਂ ਰਹਿੰਦਾ, ਉਹ ਰੱਜ ਜਾਂਦਾ। ਫਰਮਾਉਂਦੇ ਨੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਵੀ ਜਿਨ੍ਹਾਂ ਨੇ ਤਾਂ ਆਧਾਰ ਨਾਮ ਨੂੰ ਬਣਾਇਆ ਉਹਨਾਂ ਦੀ ਭੁੱਖ ਸਾਰੀ ਮਿਟ ਗਈ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਗਈ। ਜਿਨ੍ਹਾਂ ਨੇ ਸੰਸਾਰ ਦੇ ਵਿੱਚ ਹੋਰ ਚੀਜ਼ਾਂ ਨੂੰ ਹੀ ਆਪਣਾ ਆਧਾਰ ਬਣਾਈ ਰੱਖੀ ਉਹ ਭੁੱਖੇ ਦੇ ਭੁੱਖੇ ਹੀ ਰਹੇ, ਉਹਨਾਂ ਦੀ ਕਦੇ ਤ੍ਰਿਪਤੀ ਨਹੀਂ ਹੋਈ। ਤਾਈਆਂ ਮਹਾਰਾਜ ਕਹਿੰਦੇ ਵੀ ਮਨਮੁਖ ਕਿੰਨਾ ਵੀ ਸੰਸਾਰ ਦਾ ਇਕੱਠਾ ਕਰ ਲਵੇ, ਕਿੰਨਾ ਧਨ ਇਕੱਠਾ ਕਰ ਲਵੇ, ਕਿੰਨਾ ਉਹ ਪੁਰੀਆਂ ਦਾ ਪਿੰਡਾਂ ਦਾ ਜ਼ਮੀਨ ਜਾਇਦਾਦਾਂ ਦਾ ਮਾਲਕ ਬਣ ਜੇ, ਪਰ ਉਹ ਭੁੱਖੇ ਨੇ ਰਹਿਣਾ ਫਿਰ ਭੁੱਖੇ ਦਾ ਭੁੱਖਾ ਹੀ। ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ। ਮਹਾਰਾਜ ਕਹਿੰਦੇ ਵੀ ਭੁੱਖੇ ਦੀ ਭੁੱਖ ਇੱਦਾਂ ਉਤਰਨੀ ਨਹੀਂ, ਇਹਦੀ ਖਤਮ ਨਹੀਂ ਹੋਣੀ, ਚਾਹੇ ਕਿੰਨਾ ਉਹ ਪੁਰੀਆਂ ਦਾ, ਜਿਵੇਂ ਹੁਣ ਆਪਾਂ ਪਿੰਡ ਕਹਿ ਦਿੰਦੇ ਉਦੋਂ ਪੁਰੀਆਂ ਕਹਿੰਦੇ ਸੀ, ਵੀ ਕਿੰਨਾ ਉਹ ਪਿੰਡਾਂ ਦਾ ਸ਼ਹਿਰਾਂ ਦਾ ਮਾਲਕ ਬਣ ਜੇ, ਉਹਨੇ ਭੁੱਖੇ ਦਾ ਭੁੱਖਾ ਹੀ ਰਹਿਣਾ ਫਿਰ ਵੀ। ਜਿਹੜੇ ਜੀਵ ਦੇ ਨੇਤਰ ਨੇ ਨਾ ਤਾਂ ਇਹ ਨੇਤਰ ਰੱਜਦੇ, ਨਾ ਕੰਨ ਰੱਜਦੇ, ਨਾ ਉਹਦੀ ਰਸਨਾ ਰੱਜਦੀ। ਅਤੇ ਮਹਾਰਾਜ ਕਹਿੰਦੇ ਜੇ ਰੱਜੇ ਤਾਂ ਰੱਜੇ ਕਿਵੇਂ। ਜੇ ਪਰਮਾਤਮਾ ਦੇ ਗੁਣ ਗਾਵੇ, ਗੁਣ ਗਾ ਕੇ ਮਾਲਕ 'ਚ ਸਮਾਵੇ, ਨਾਮ ਦੇ ਵਿੱਚ ਸਮਾਵੇ, ਫਿਰ ਇਹ ਭੁੱਖੇ ਦੀ ਭੁੱਖ ਉਤਰੇ ਅਤੇ ਫਿਰ ਇਹਦੀ ਤ੍ਰਿਪਤੀ ਹੋਵੇ। ਮਹਾਰਾਜ ਇਸ ਲਈ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਆਖਣ ਆਖ ਨਾ ਰੱਜੇ, ਸੁਣ ਨਾ ਰੱਜੇ ਕੰਨ, ਅੱਖੀਂ ਵੇਖ ਨਾ ਰੱਜੀਆਂ, ਗੁਣ ਗਾਹਕ ਇੱਕ ਬੰਨ। ਭੁੱਖਿਆਂ ਭੁੱਖ ਨਾ ਉਤਰੇ, ਗੱਲੀਂ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੇ ਜੇ ਗੁਣ ਕੇ ਗੁਣੀ ਸਮਾਏ।
ਵੀ ਸੰਸਾਰ ਦੀਆਂ ਗੱਲਾਂ ਦੇ ਨਾਲ ਸਾਡੀ ਭੁੱਖ ਨਹੀਂ ਜਾਣੀ, ਸੰਸਾਰ ਦੇ ਕਰਮਾਂ ਦੇ ਨਾਲ ਸਾਡੀ ਭੁੱਖ ਨਹੀਂ ਜਾਣੀ। ਇਹਦੀ ਭੁੱਖ ਮਨ ਦੀ ਭੁੱਖ ਇਹਦੀ ਤਾਂ ਉਤਰਨੀ ਜੇ ਮਾਲਕ ਦੇ ਗੁਣ ਗਾਏਗਾ, ਜੇ ਸਿਮਰਨ ਭਗਤੀ ਕਰੇਗਾ, ਨਾਮ ਦੇ ਨਾਲ ਜੁੜੇਗਾ, ਫਿਰ ਇਹਨੇ ਰੱਜਣਾ, ਫਿਰ ਇਹਦੀ ਤ੍ਰਿਪਤੀ ਹੋਣੀ, ਨਹੀਂ ਤਾਂ ਹੋ ਨਹੀਂ ਸਕਦੀ। ਪਾਈਆਂ ਮਹਾਰਾਜ ਨੇ ਸਾਨੂੰ ਉਦਾਹਰਨ ਦਿੱਤੀ ਵੀ ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਵੀ ਹੋਵੇ, ਹੁਣ ਉਹ ਰਾਜਾ ਵੀ ਦੁਖੀ ਹੈ, ਰਾਜੇ ਕੋਲ ਕੋਈ ਧਨ ਦੌਲਤ ਦੀ ਕਮੀ ਨਹੀਂ, ਸੰਸਾਰੀ ਪਦਾਰਥਾਂ ਦੀ ਕੋਈ ਕਮੀ ਨਹੀਂ, ਖਾਣ ਪੀਣ ਦੀ ਕੋਈ ਕਮੀ ਨਹੀਂ, ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ। ਪਰ ਮਨ ਹੈ ਜਿਹੜਾ, ਉਹਦਾ ਮਨ ਫੇਰ ਦੁਖੀ ਹੈ, ਮਨ ਫੇਰ ਅਸ਼ਾਂਤ। ਉਹ ਸੁਖੀ ਤਾਂ ਹੋ ਸਕਦਾ ਜੇ ਉਹ ਸਿਮਰਨ ਭਗਤੀ ਕਰੇਗਾ, ਤਾਂ ਨਹੀਂ ਉਹ ਸੁਖੀ ਨਹੀਂ ਹੋ ਸਕਦਾ। ਜੇ ਹੁਣ ਸਾਰੀ ਸ੍ਰਿਸ਼ਟੀ ਦਾ ਰਾਜਾ ਦੁਖੀ ਹੈ ਤੇ ਆਪਾਂ ਨੂੰ ਕਹਿੰਦੇ ਥੋੜ੍ਹਾ ਜਿਹਾ ਵਿਚਾਰੋ ਤਾਂ ਸਹੀ ਵੀ ਤੁਸੀਂ ਸੁੱਖ ਕਾਹਦੇ 'ਚੋਂ ਲੱਭਦੇ? ਬਈ ਜੇ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਉਹਨੂੰ ਮਿਲ ਗਿਆ, ਉਹ ਰਾਜਾ ਵੀ ਦੁਖੀ ਹੈ, ਜਿਹਦੇ ਕੋਲ ਸਾਰਾ ਕੁਛ ਹੁੰਦੇ ਸੁਣਦੇ ਉਹ ਤਾਂ ਵੀ ਦੁਖੀ ਹੈ। ਹੁਣ ਸਾਡਾ ਮਨ ਦੌੜ ਰਿਹਾ ਸੰਸਾਰ ਦੇ ਵਿੱਚ ਵੀ ਮੈਂ ਧਨ ਇਕੱਠਾ ਕਰ ਲਾਂ, ਵੀ ਮੈਂ ਤਾਂ ਸੁਖੀ ਹੋ ਜਾਵਾਂਗਾ, ਤਾਂ ਜਿਹਦੇ ਕੋਲ ਹੈਗਾ ਉਹ ਤਾਂ ਪਹਿਲਾਂ ਹੀ ਦੁਖੀ ਹੈ। ਇਹ ਸੰਸਾਰ ਦੇ ਅਹੁਦਿਆਂ ਪਿੱਛੇ ਭੱਜਦਾ ਵੀ ਮੈਨੂੰ ਸੰਸਾਰ ਦਾ ਇੰਨਾ ਕੁ ਅਹੁਦਾ ਮਿਲ ਜੇ, ਜਿਹਦੇ ਕੋਲ ਸਭ ਤੋਂ ਵੱਡਾ ਅਹੁਦਾ ਰਾਜਾ, ਅਤੇ ਉਹ ਵੀ ਦੁਖੀ ਹੈ, ਅਤੇ ਥੱਲੇ ਵਾਲੇ ਤਾਂ ਆਪ ਹੀ ਦੁਖੀ ਹੋਣੇ ਹੀ ਹੋਣੇ। ਭਾਈਓ ਮਹਾਰਾਜ ਫਿਰ ਆਪਾਂ ਨੂੰ ਸਮਝਾਉਂਦੇ, ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ, ਹਰ ਕਾ ਨਾਮ ਜਪਤ ਹੋਏ ਸੁਖੀ ਹੈ। ਵੀ ਜੇ ਤਾਂ ਉਹ ਮਾਲਕ ਦਾ ਨਾਮ ਜਪੇਗਾ ਫਿਰ ਉਹ ਸੁਖੀ ਹੋ ਸਕਦਾ, ਜੇ ਉਹ ਨਾਮ ਨੂੰ ਆਪਣਾ ਆਧਾਰ ਬਣਾਏਗਾ, ਨਹੀਂ ਤਾਂ ਉਹਨੇ ਦੁਖੀ ਹੀ ਰਹਿਣਾ। ਹੁਣ ਇਹੋ ਆਪਣੇ ਮਨ ਨੂੰ ਸਮਝਾਉਂਦੇ ਵੀ ਜੇ ਤੂੰ ਸੁੱਖ ਲੈਣਾ ਫਿਰ ਤੂੰ ਮਾਲਕ ਦਾ ਸਿਮਰਨ ਕਰ, ਉਹਦੇ ਗੁਣ ਗਾ, ਉਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ। ਮਹਾਰਾਜ ਤਾਈਆਂ ਫਰਮਾਉਂਦੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਵੀ ਜਿਹੜਾ ਜੀਵ ਸਦਾ ਸੁਖੀ ਹੋਣਾ ਚਾਹੁੰਦਾ ਉਹ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜੀ, ਮਾਲਕ ਦੀ ਸ਼ਰਨ 'ਚ ਆ ਜੀ। ਹੁਣ ਮਾਲਕ ਦੀ ਸ਼ਰਨ ਦੇ ਵਿੱਚ ਅਸੀਂ ਫੇਰ ਹੀ ਜਾ ਸਕਦੇ ਜੇ ਅਸੀਂ ਸਿਮਰਨ ਕਰਾਂਗੇ। ਜਿਹੜੇ ਵਿਚਾਰ ਫੁਰਨੇ ਸਾਨੂੰ ਸ਼ਰਨ 'ਚ ਜਾਣ ਨਹੀਂ ਦਿੰਦੇ, ਇਹ ਵਿਚਾਰ ਫੁਰਨੇ ਸਾਨੂੰ ਸ਼ਰਨ ਤੋਂ ਦੂਰ ਲੈ ਜਾਂਦੇ। ਜਦੋਂ ਹੁਣ ਅਸੀਂ ਇਹ ਵਿਚਾਰਾਂ ਤੋਂ ਫੁਰਨਿਆਂ ਤੋਂ ਮਨ ਨੂੰ ਰਹਿਤ ਕਰ ਲਾਂਗੇ, ਫਿਰ ਅਸੀਂ ਸਮਝ ਲਓ ਸ਼ਰਨ ਦੇ ਵਿੱਚ ਬੈਠ ਗਏ। ਅਤੇ ਜਿਹੜਾ ਸ਼ਰਨ 'ਚ ਬੈਠ ਗਿਆ ਫਿਰ ਸ਼ਰਨ ਦੇ ਵਿੱਚ ਆਏ ਦੀ ਉਹ ਇੱਜ਼ਤ ਪੱਤ ਰੱਖਦਾ। ਮਾਲਕ ਫਿਰ ਸ਼ਰਨ ਦੇ ਵਿੱਚ ਆਏ ਨੂੰ ਉਹਨੂੰ ਗਲ ਨਾਲ ਲਾ ਲੈਂਦਾ, ਉਹਨੂੰ ਆਪਦੀ ਬਾਂਹ ਫੜਾ ਦਿੰਦਾ। ਹੁਣ ਕਿਵੇਂ ਸਾਡੇ ਮਨ ਨੇ ਸ਼ਰਨ ਦੇ ਵਿੱਚ ਜਾਣਾ ਮਾਲਕ ਦੀ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਲਗਾਤਾਰ ਅਭਿਆਸ ਕਰਦੇ ਕਰਦੇ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਫਿਰ ਇਸੇ ਅਵਸਥਾ ਦੇ ਵਿੱਚ ਹੀ ਭਗਤਾਂ ਨੇ ਮਾਲਕ ਨੂੰ ਬੇਨਤੀਆਂ ਕੀਤੀ ਵੀ ਅਸੀਂ ਤੇਰੇ ਬੱਚੇ ਅਜਾਣ, ਵੀ ਸਾਨੂੰ ਤਰਨਾ ਨਹੀਂ ਆਉਂਦਾ ਇਹ ਭਵ ਸਾਗਰ ਨੂੰ, ਵੀ ਤੂੰ ਸਾਡਾ ਮਾਤਾ ਪਿਤਾ, ਕਿਰਪਾ ਕਰ ਸਾਨੂੰ ਆਪਦੀ ਬਾਂਹ ਫੜਾ, ਤਾਂ ਕਿ ਤੇਰੀ ਬਾਂਹ ਫੜ ਕੇ ਅਸੀਂ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਤਰ ਜਾਈਏ। ਇਸ ਵਾਸਤੇ ਜਦੋਂ ਭਗਤਾਂ ਨੇ ਫਿਰ ਸਿਮਰਨ ਕੀਤਾ, ਫਿਰ ਉਹਨਾਂ ਨੇ ਬੇਨਤੀਆਂ ਕੀਤੀ, ਮਹਾਰਾਜ ਫਰਮਾਉਂਦੇ ਮੋਕੋ ਤਾਰ ਲਈ ਰਾਮਾ ਤਾਰ ਲਈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਂਧੇ, ਵੀ ਤੂੰ ਸਾਡਾ ਬਾਪ ਹੈ ਬੀਠਲ, ਵੀ ਤੂੰ ਸਾਨੂੰ ਆਪਦੀ ਬਾਂਹ ਫੜਾ ਤੇ ਸਾਨੂੰ ਇਹ ਭਵ ਸਾਗਰ ਤੋਂ ਤਾਰ ਲਾ। ਹੁਣ ਜਦੋਂ ਆਪਾਂ ਫਿਰ ਇਹ ਸਿਮਰਨ ਕਰਾਂਗੇ ਲਗਾਤਾਰ, ਫਿਰ ਉਹ ਸਾਨੂੰ ਆਪਣੀ ਬਾਂਹ ਫੜਾਉਂਦਾ, ਫਿਰ ਉਹ ਆਪਣੀ ਬਾਂਹ ਦੇ ਕੇ ਆਪਾਂ ਨੂੰ ਇੱਥੋਂ ਕੱਢਦਾ। ਅਤੇ ਬਾਂਹ ਕੀ ਹੈ? ਮਾਲਕ ਦੀ ਆਵਾਜ਼, ਨਾਮ ਸ਼ਬਦ, ਸ਼ਬਦ ਗੁਰੂ, ਜਿਹਨੂੰ ਸਹਿਜ ਤੋਂ ਨਾ ਆਖੀਏ, ਨਾਦ ਆਖੀਏ, ਤੂਰ ਆਖੀਏ, ਜੋ ਆਪਾਂ ਪੜ੍ਹਦੇ ਨਾ ਰੋਜ਼ ਵਾਜੇ ਅਨਹਦ ਤੂਰੇ, ਉਹ ਫਿਰ ਤੂਰ ਦੁਆਰਾ, ਨਾਦ ਦੁਆਰਾ ਸਾਨੂੰ ਆਪਦੀ ਬਾਂਹ ਫੜਾ ਕੇ ਇੱਥੋਂ ਫਿਰ ਸਾਨੂੰ ਕੱਢਦੇ ਬਾਹਰ ਕੱਢਣਗੇ। ਫਿਰ ਹੀ ਜਦੋਂ ਅਸੀਂ ਬੇਨਤੀਆਂ ਕਰਾਂਗੇ, ਜਦੋਂ ਅਸੀਂ ਸਿਮਰਨ ਕਰਾਂਗੇ। ਜਿਹੜਾ ਬੱਚਾ ਹੁਣ ਰੌਲਾ ਪਾ ਰਿਹਾ ਵੀ ਮੈਂ ਡੁੱਬ ਰਿਹਾ ਅਤੇ ਮੈਨੂੰ ਡੁੱਬਦੇ ਨੂੰ ਬਚਾਓ, ਇਹਦੇ ਵਿੱਚ ਫਿਰ ਆਪਾਂ ਤਾਂ ਕਰਕੇ ਆਪਾਂ ਨੂੰ ਕਹਿੰਦੇ ਵੀ ਲੋਕ ਲੱਜਾ ਤੋਂ ਉੱਪਰ ਉੱਠਣਾ ਹੁੰਦਾ, ਵੀ ਕੋਈ ਜੀਵ ਜਿਵੇਂ ਆ ਨਹਿਰ ਹੈ, ਨਹਿਰ ਦੇ ਵਿੱਚ ਹੁਣ ਡੁੱਬ ਰਿਹਾ, ਕੋਈ ਤਰਨਾ ਉਹਨੂੰ ਆਉਂਦਾ ਨਹੀਂ, ਉਹ ਇਹ ਥੋੜ੍ਹੀ ਵੀ ਸ਼ਰਮ ਮੰਨੇਗਾ ਵੀ ਮੈਂ ਆਵਾਜ਼ ਮਾਰਾਂ ਅਤੇ ਮੈਨੂੰ ਸ਼ਰਮ ਆਉਂਦੀ। ਉਹਨੇ ਤਾਂ ਜਿੰਨੀ ਵਾਹ ਲੱਗਦੀ ਉਹਨੇ ਜ਼ੋਰ ਪੂਰਾ ਲਾਉਣਾ ਅਤੇ ਉੱਚੀ ਆਵਾਜ਼ਾਂ ਮਾਰਨੀ ਵੀ ਤਾਂ ਆ ਕੇ ਕੋਈ ਨਾ ਕੋਈ ਮੇਰੀ ਆਵਾਜ਼ ਸੁਣ ਕੇ ਮੇਰੀ ਮਦਦ 'ਤੇ ਆਵੇ ਅਤੇ ਮੈਨੂੰ ਕੱਢੇ ਇੱਥੋਂ।
और इस तरह ही ये जोड़ा आप सिमरन करते हैं तो आपू कहते भी ये लोक लज्जा नहीं मननी, क्योंकि असीं डुब रहे हैं भव सागर च। आप आवाज़ां देनियां भी तां आपां नूं कहते भी उच्ची बोलते जी, भी उच्ची बोलण की की लोड़ है। हुण जिहड़ा डुब रहा तो उच्ची बोलेगा ही, वो थोड़ी मूँह च बोलेगा भी मेरी मैं तो हौली हौली बोलदा जी, तो जे हौली बोलेगा तो उसदी सुनेगा कौन। और इस वास्ते फिर आपां तां करके उच्ची बोलते हैं भी साडा मन डुब रहा, असीं ये भव सागर च डुब रहे हैं, तो मालक नूं फिर आवाज़ां दिंदे भी ताकि साडी आवाज़ सुन के सानूं अपनी बांह फड़ावे तो इत्थों सानूं बाहर कढ ले। सो इस वास्ते गुरमुख प्यारे हुण ये आपां वध तों वध सिमरन करन, बहिंदे उठदे चलदे फिरदे गुरबाणी गुरु नूं जदों पढ़दे हैं विचार के पढ़ना भी ताकि साडा मन होर पासे ना जाए। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ, जिन्नी ਆਪਾਂ संगत करते उन्ना ही सानूं लाभ ही लाभ। महाराज फरमाउंदे कबीर एक घड़ी आधी हूँ ते आद, भगतन सेती गोष्ठी जो कीनो सो लाभ। भी जिन्नी भी असी संगत करांगे एक घड़ी अद्धी तो भी अद्धी घड़ी सानूं लाभ ही होना, इत्थे लाभ ही मिल। सो तां करके आपां नूं कहंदे वध तों वध संगत कर। ये जो आप ज्ञान की सांझ पाने हैं सारा गुरबाणी गुरु द्वारा दिता आपां नूं महापुरखां ने। भाई साहब भाई सेवा सिंह जी तरमाला उस ज्ञान नूं ही आप रोज़ ताइयों दृढ़ करते हैं भी ताकि अपने हिरदे च वस अपना जिहड़ा मन है भुल जांदा, ज्ञान ही सानूं बाहर जाके भुल जांदा, धुंधला पै जांदा। तो ताइयों आप वार वार रोज़ दृढ़ करते हैं भी ताकि ज्ञान सानूं भुले न, साडे हिरदे च वस जे साडे हिरदे च वस जेगा सानूं भुलेगा नहीं तो फिर साडा मन इधर माया के घर दे विच जाके सौएगा, फिर जागत अवस्था च रहेगा। सौंदा उदों ही जदों ये भुल जांदा, मन भूलो माया घर जाई। भी जदों ये ज्ञान भुल गया ने माया के घर जाके सौ जाना, धर्म च पै जाना। इस करके हुण ये आपां ज्ञान नूं चेते रखना भी ताकि सानूं भुले ना, सानूं विसरे ना। सो इन्नियां बेनतियां इन्ने विचार करदिआं होइआं जे कोई ऐसा शब्द बोलिया गया होवे संगत अते सतगुरु बख्शण जोग ने बख्श देना जी। वाहिगुरू जी का खालसा वाहिगुरू जी की फतेह। वाहे